ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਧਰ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਗੁਰੂ ਹਰਿਗੋਬਿੰਦ ਜੀ ਜਸ ਵਿਸਾਲ ਕੋ ਪਾਏ, ਲਿਓ ਬੈਰ ਪਿਤ ਕੋ ਭਲੇ, ਗਾਹਿਓ ਦੁਸ਼ਟ ਦੁਖ ਦਾਏ। ਸ਼੍ਰੀ ਗੁਰੂ ਹਰਿਗੋਬਿੰਦ ਜੀ ਜਸ ਵਿਸਾਲ ਕੋ ਪਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਧੰਨ 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 ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਆਪਾਂ ਸਾਰੇ ਹੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਹਾਂ। ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕੀਤੇ ਹਨ। ਕੁਝ ਸਮਾਂ ਗੁਰੂ ਘਰ ਦਾ ਪਵਿੱਤਰ ਇਤਿਹਾਸ ਆਪਾਂ ਨੇ ਸਰਵਣ ਕਰਨਾ ਹੈ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਸਾਧ ਸੰਗਤ ਜੀ, ਆਪ ਜੀ ਪ੍ਰਸੰਗ ਸਰਵਣ ਕਰ ਰਹੇ ਹੋ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ
ਕਿਸ ਤਰੀਕੇ ਦੇ ਨਾਲ ਚੰਦੂ ਨੂੰ ਫੜ ਲਿਆ, ਇਹ ਪ੍ਰਸੰਗ ਕੱਲ੍ਹ ਆਪ ਜੀ ਨੇ ਸਰਵਣ ਕੀਤਾ। ਜਿਹੜਾ ਬਾਦਸ਼ਾਹ ਚੰਦੂ ਦੀ ਮਦਦ ਕਰਦਾ ਹੁੰਦਾ ਸੀਗਾ, ਉਸੇ ਹੀ ਬਾਦਸ਼ਾਹ ਨੇ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁਰਦ ਕਰ ਦਿੱਤਾ ਜੀ। ਚੰਦੂ ਦੇ ਘਰੋਂ ਜਦੋਂ ਮਾਲਾ ਨਹੀਂ ਨਿਕਲੀ, ਬਾਦਸ਼ਾਹ ਗੁੱਸੇ ਵਿੱਚ ਆਇਆ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਦਸ਼ਾਹ ਤੇਰੇ ਕੋਲੋਂ ਵੀ ਦਰਗਾਹ ਵਿੱਚ ਲੇਖਾ ਲੈਣਾ। ਬਾਦਸ਼ਾਹ ਕਹਿੰਦਾ, ਮਹਾਰਾਜ ਮੈਂ ਕੁਝ ਨਹੀਂ ਕੀਤਾ, ਜੋ ਕੀਤਾ ਉਹ ਮਹਾਰਾਜ ਚੰਦੂ ਨੇ ਕੀਤਾ। ਤੁਸੀਂ ਮੇਰੇ ਕੋਲੋਂ ਦਰਗਾਹ 'ਚ ਲੇਖਾ ਨਾ ਲਓ ਤੇ ਚੰਦੂ ਨੂੰ ਮਹਾਰਾਜ ਜੋ ਤੁਸੀਂ ਸਾਡੇ ਕੋਲੋਂ ਲੈ ਲਓ ਤੇ ਜੋ ਸਜ਼ਾ ਦੇਣੀ ਉਹ ਦੇ ਦਿਓ। ਫਿਰ ਤੁਸੀਂ ਸਰਵਣ ਕੀਤਾ। ਚੰਦੂ ਫਿਰ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਹੱਥ ਲੱਗ ਗਿਆ। ਗੁਰੂ ਸਾਹਿਬ ਨੇ ਭਾਈ ਜੇਠਾ ਜੀ ਨੂੰ, ਬਾਬਾ ਬਿਧੀ ਚੰਦ ਜੀ ਨੂੰ ਸੱਦਿਆ। ਮਹਾਰਾਜ ਕਹਿੰਦੇ ਇਹਦੀਆਂ ਬਾਹਾਂ ਫੜ ਲਓ। ਬਾਹਾਂ ਫੜ ਕੇ ਬਾਹਰ ਲੈ ਗਏ। ਭਾਈ ਜੇਠਾ ਜੀ ਨੇ ਉਹਦੀ ਪੱਗ ਲਾ ਕੇ ਉਹਦੀ ਪੱਗ ਨਾਲ ਹੀ ਉਹਦੇ ਦੋਵੇਂ ਮੁਸ਼ਕਾਂ ਜਿਹੜੀਆਂ ਉਹ ਬੰਨ੍ਹ ਦਿੱਤੀਆਂ, ਦੋਵੇਂ ਹੱਥ ਮਗਰ ਬੰਨ੍ਹ ਦਿੱਤੇ। ਗੁਰੂ ਹਰਗੋਬਿੰਦ ਸਾਹਿਬ ਜਦੋਂ ਬਾਹਰ ਆਏ ਹੈ, ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਭਾਈ ਜਿਹੜਾ ਸਾਡਾ ਸਿੱਖ ਹੈ, ਹਰ ਸਿੱਖ ਇਹਦੇ ਸਿਰ 'ਚ 5-5 ਜੁੱਤੀਆਂ ਮਾਰੇਗਾ ਜੀ। ਕੱਲ ਤੁਸੀਂ ਕਥਾ ਸੁਣੀ ਸੀ ਕਿਵੇਂ ਫਿਰ ਉਹਦੇ ਦੁਸ਼ਟ ਦੇ ਸਿਰ 'ਚ ਜੁੱਤੀਆਂ ਵੱਜਦੀਆਂ ਨੇ। ਦਿੱਲੀ ਦੇ ਲੋਕ ਖਲੋ ਕੇ ਵੇਖਦੇ ਆ। ਸਾਧ ਸੰਗਤ ਜੀ ਦੁਸ਼ਟਾਂ ਦਾ ਇਹੋ ਹੀ ਹਾਲ ਹੁੰਦਾ ਹੈ। ਗੱਜ ਕੇ ਆਖੋ, ਉਹਦੇ ਸਿਰ ਵਿੱਚ ਜੁੱਤੀਆਂ ਵੱਜਦੀਆਂ। ਬਹੁਤ ਸਾਰੇ ਲੋਕ ਚੰਦੂ ਤੋਂ ਡਰਦੇ ਵੀ ਸਨ ਵੀ ਇਹ ਹਾਕਮ ਹੈ, ਵੱਡਾ ਦੀਵਾਨ ਹੈ, ਪਰ ਭਾਈ ਜੇਠਾ ਜੀ ਹੋਣਾ ਨੇ ਕਿਹਾ ਡਰੋ ਨਾ, ਜੁੱਤੀਆਂ ਮਾਰੋ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈਗਾ। ਕਹਿਣ ਲੱਗੇ ਸਾਧ ਸੰਗਤ ਜੀ ਜੁੱਤੀਆਂ ਮਾਰਦੇ ਮਾਰਦੇ ਇਹਨੂੰ ਫਿਰ ਦਿੱਲੀ ਵਿੱਚ ਜਿੱਥੇ ਗੁਰੂ ਜੀ ਦਾ ਆਸਣ ਹੈ, ਜਿਹਨੂੰ ਮਜਨੂ ਟਿੱਲਾ ਕਹਿੰਦੇ ਆ, ਉੱਥੇ ਸਾਧ ਸੰਗਤ ਜੀ ਲੈ ਕੇ ਗਏ ਆ। ਇੱਥੋਂ ਤੱਕ ਕਥਾ ਆਪ ਜੀ ਨੇ ਸਰਵਣ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨਾਲ ਅੱਗੇ ਅੱਗੇ ਹਨ। ਚੰਦੂ ਨੂੰ ਐ ਬੰਨ੍ਹ ਕੇ ਲੈ ਕੇ ਆ ਰਹੇ ਜਿਵੇਂ ਕੁੱਤੇ ਨੂੰ ਬੰਨ੍ਹ ਕੇ ਲੈ ਕੇ ਆਈਦਾ। ਬੱਚੇ ਦੇ ਸਿਰ 'ਚ ਮਿੱਟੀ ਪਾਉਂਦੇ ਆ, ਜੁੱਤੀਆਂ ਮਾਰਦੇ ਆ ਸਾਰੇ ਦੇ ਸਿਰ 'ਚ। ਇੱਥੋਂ ਤੱਕ ਆਪ ਜੀ ਨੇ ਕਥਾ ਸਰਵਣ ਕੀਤੀ ਸੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਾਂਗੇ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਮਹਾਰਾਜ। ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਗੁਰੂ ਹਰਗੋਬਿੰਦ ਜੀ ਜਸ ਵਿਸਾਲ ਕੋ ਪਾਏ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਦਾ ਬਹੁਤ ਵੱਡਾ ਜਸ ਹੋ ਰਿਹਾ। ਹਾਂਜੀ। ਲਿਓ ਬੈਰ ਪਿਤ ਕੋ ਭਲੇ ਗਹਿਓ ਦੁਸ਼ਟ ਦੁਖ ਪਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਾਰੇ ਸਾਰੇ ਇਹੋ ਹੀ ਕਹਿ ਰਹੇ ਆ ਕਿ ਭਾਈ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ, ਆਪਣੇ ਪਿਤਾ ਜੀ ਦਾ ਬਦਲਾ ਜਿਹੜਾ ਉਹ ਲੈ ਲਿਆ ਹੈ। ਲੋਕਾਂ ਨੇ ਨਹੀਂ ਤਾਂ ਕਹਿਣਾ ਸੀਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਦਲਾ ਹੀ ਨਹੀਂ ਲਿਆ। ਜੇ ਚੰਦੂ ਆਪਣੀ ਮੌਤੇ ਮਰਦਾ ਐਡੀ ਵਧੀਆ ਗੱਲ ਨਹੀਂ ਸੀ। ਹੁਣ ਚੰਦੂ ਬੁਰੀ ਮੌਤੇ ਮਰੇਗਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਪਣੀ ਬਾਣੀ ਹੈ, ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰ ਦੀਨ। ਤੁਸੀਂ ਵੇਖੋ ਰਾਜ ਤੋਂ ਹੀਣਾ ਹੋ ਗਿਆ ਜੀ ਚੰਦੂ ਜੀ। ਕਿੱਥੇ ਦੀਵਾਨ ਸੀ, ਸਲਾਮਾਂ ਹੁੰਦੀਆਂ ਸੀ, ਬਸ ਹਵਾ ਹੀ ਬਦਲ ਗਈ ਜੀ, ਹਵਾ ਹੀ ਬਦਲ ਗਈ। ਉਸੇ ਚੰਦੂ ਨੂੰ ਜੁੱਤੀਆਂ ਵੱਜ ਰਹੀਆਂ ਜੀ, ਉਸੇ ਚੰਦੂ ਨੂੰ ਜੁੱਤੀਆਂ ਵੱਜ ਰਹੀਆਂ ਜੀ। ਸਿੱਖ ਬੜੇ ਬੜੇ ਬਚਨ ਕਰਨ ਦੇ ਆ ਆਪਸ ਵਿੱਚ ਇਕੱਠੇ ਹੋ ਕੇ ਵੀ ਇਹਨੂੰ ਤੇ ਫੜਨਾ ਹੀ ਬੜਾ ਔਖਾ ਸੀਗਾ ਜੀ। ਇਹ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬੜੀ ਮਿਹਰ ਕੀਤੀ ਹੈ, ਇਹ ਫੜਿਆ ਗਿਆ ਹੈ। ਚੰਦੂ ਨੇ ਤਾਂ ਜਿੰਨੇ ਅਮੀਰ ਵਜ਼ੀਰ ਨੇ ਸਾਰੇ ਆਪਣੇ ਅਧੀਨ ਕਰ ਲਏ ਸਨ, ਸਾਰੇ ਅਧੀਨ ਹੋ ਗਏ ਸੀਗੇ ਚੰਦੂ ਦੇ। ਬਹੁਤ ਵੱਡਾ ਜਾਲ ਪਸਾਰਿਆ ਸੀਗਾ ਚੰਦੂ ਨੇ, ਪਰ ਬਹੁਤ ਵਧੀਆ ਹੋਇਆ
ਜਿਹੜਾ ਗੁਰੂ ਸਾਹਿਬ ਨੇ ਇਸ ਚੰਦੂ ਨੂੰ ਸਜ਼ਾ ਦੇ ਦਿੱਤੀ ਹੈ। ਅਜੇ ਹੋਰ ਸਜ਼ਾ ਦੇਣੀ ਮਹਾਰਾਜ ਨੇ। ਸੁਨਤ ਸੁਜਸ ਗੁਰ ਆਵਤ ਡੇਰੇ, ਬੰਧਨ ਕਰਹਿ ਸਿੱਖ ਹੋਏ ਨੇਰੇ। ਸੱਚੇ ਪਾਤਸ਼ਾਹ ਜੀ ਦਾ ਜਸ ਹੋ ਰਿਹਾ, ਵਡਿਆਈ ਹੋ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਡੇਰੇ ਤੇ ਆ ਰਹੇ ਹਨ। ਰਸਤੇ 'ਚ ਸਿੱਖ ਨਮਸਕਾਰਾਂ ਕਰ ਰਹੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਹਾਂਜੀ, ਆਏ ਬਿਰਾਜੇ ਨਿਜ ਅਸਥਾਨ। ਤੇ ਸਤਿਗੁਰੂ ਜੀ ਦਾ ਨਿੱਜੀ ਅਸਥਾਨ ਦਿੱਲੀ ਵਿੱਚ ਮਜਨੂ ਟਿੱਲਾ ਹੈ। ਸੱਚੇ ਪਾਤਸ਼ਾਹ ਮਹਾਰਾਜ ਉੱਥੇ ਆ ਕੇ ਬਿਰਾਜ ਗਏ, ਮਜਨੂ ਟਿੱਲੇ ਪਹੁੰਚ ਗਏ। ਹਾਂਜੀ, ਸ਼੍ਰੀ ਸਤਿਗੁਰੂ ਰੂਪ ਭਗਵਾਨ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਭਗਵਾਨ ਦਾ ਰੂਪ ਹਨ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਭਗਵਾਨ ਦਾ ਰੂਪ ਹਨ ਸੱਚੇ ਪਾਤਸ਼ਾਹ, ਆਪ ਖੁਦ ਪਰਮੇਸ਼ਰ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ, ਪਠਿਓ ਹੁਤੋ ਇੱਕ ਨਰ ਵੱਡ ਭੋਰ। ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਵਿਅਕਤੀ ਸਵੇਰੇ ਸਵਖਤੇ ਹੀ ਭੇਜ ਦਿੱਤਾ ਸੀ। ਕਿਸ ਪਾਸੇ ਭੇਜਿਆ ਸੀ? ਹਾਂਜੀ, ਜੰਮੂ ਸਮੇਤ ਬ੍ਰਿਧ ਕੀ ਓਰ। ਜਿੱਥੇ ਬਾਬਾ ਬੁੱਢਾ ਜੀ ਦਾ ਥੇ ਹੈ ਉੱਥੇ ਭੇਜਿਆ ਕਿ ਜਾਓ ਭਾਈ ਬਾਬਾ ਬੁੱਢਾ ਸਾਹਿਬ ਜੀ ਨੂੰ ਲੈ ਕੇ ਆਓ। ਬਾਬਾ ਜੀ ਨੂੰ ਲੈ ਕੇ ਆਓ। ਔਰ ਫੌਜਾਂ ਸਾਰੀਆਂ ਬਾਬਾ ਬੁੱਢਾ ਜੀ ਦੇ ਅਧੀਨ ਸਨ, ਬਾਬਾ ਜੀ ਦੇ ਕੋਲ ਸਨ। ਜਾਓ ਬਾਬਾ ਬੁੱਢਾ ਜੀ ਨੂੰ ਫੌਜਾਂ ਦੇ ਸਮੇਤ ਲੈ ਕੇ ਆਓ। ਹਾਂਜੀ, ਹਮ ਪਹੁੰਚੇ ਪੁਰ ਮੈਂ ਅਬ ਆਏ। ਬਾਬਾ ਜੀ ਨੂੰ ਆਖੋ ਕਿ ਬਾਬਾ ਜੀ ਹੁਣ ਅਸੀਂ ਦਿੱਲੀ ਦੇ ਵਿੱਚ ਆਪਣੇ ਅਸਥਾਨ ਤੇ ਪਹੁੰਚ ਗਏ ਹਾਂ। ਹਾਂਜੀ, ਹਮ ਭੀ ਮਿਲਹੁ ਮੋਦ ਉਪਜਾਏ। ਸਾਨੂੰ ਆ ਕੇ ਮਿਲੋ, ਖੁਸ਼ੀ ਖੁਸ਼ੀ ਆ ਕੇ ਸਾਨੂੰ ਮਿਲੋ। ਬ੍ਰਿਧ ਕੇ ਸਹਿਤ ਚਮੂ ਭਟ ਹਰਖੇ। ਤੇ ਬਾਬਾ ਬੁੱਢਾ ਜੀ ਨੂੰ ਜਦੋਂ ਪਤਾ ਲੱਗਾ ਨਾ ਵੀ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਬਾਹਰ ਆ ਗਏ ਨੇ, ਤੇ ਬਾਬਾ ਬੁੱਢਾ ਸਾਹਿਬ ਖੁਸ਼ ਹੋ ਗਏ ਜੀ। ਫੌਜਾਂ ਸਾਰੀਆਂ ਖੁਸ਼ ਹੋ ਗਈਆਂ। ਪਾਏ ਜ਼ੀਨ ਹਾਏ ਪਰ ਤੰਗ ਕਰਖੇ। ਤੇ ਸਾਧ ਸੰਗਤ ਜੀ ਉੱਥੇ ਫਿਰ ਦੱਸਦੇ ਆ, ਬਾਬਾ ਬੁੱਢਾ ਜੀ ਨੇ ਉਸੇ ਵੇਲੇ ਘੋੜੇ ਤੇ ਕਾਠੀ ਪਾਈ ਸੀ। ਫੌਜਾਂ ਨੂੰ ਵੀ ਆਖਿਆ ਘੋੜਿਆਂ ਤੇ ਕਾਠੀਆਂ ਪਾਓ ਤੇ ਅਸੀਂ ਆਪਣੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਚੱਲੀਏ। ਚੜ੍ਹ ਧੌਂਸਾ ਦੇ ਕਰ ਸਭ ਸੈਨ। ਕਿਉਂ ਫੌਜ ਸੀਗੀ ਤੇ ਫੌਜ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੀ ਤੇ ਨਗਾਰਾ ਵੱਜਦਾ ਹੁੰਦਾ ਸੀਗਾ ਜੀ। ਉਸੇ ਵੇਲੇ ਹੀ ਸੰਗਤ ਜੀ ਨਗਾਰਾ ਵੱਜਿਆ। ਬਾਬਾ ਬੁੱਢਾ ਸਾਹਿਬ ਜੀ ਸਮੇਤ ਫੌਜਾਂ ਦੇ ਘੋੜਿਆਂ ਉੱਤੇ ਚੜ ਗਏ। ਸਤਿਗੁਰ ਆਏ ਬਿਲੋਕੇ ਨੈਣ। ਤੇ ਫੌਜਾਂ ਨੂੰ ਲੈ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਾਧ ਸੰਗਤ ਜੀ ਮਜਨੂ ਟਿੱਲੇ ਦਿੱਲੀ ਪਹੁੰਚੇ ਜੀ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਬੁੱਢਾ ਸਾਹਿਬ ਦੇ ਕਈ ਅਸਥਾਨ ਨੇ ਸਾਧ ਸੰਗਤ ਜੀ। ਮਜਨੂ ਟਿੱਲੇ ਬਾਬਾ ਜੀ ਪਹੁੰਚੇ। ਬੜੇ ਦਿਨਾਂ ਬਾਅਦ ਆਪਣੇ ਸਤਿਗੁਰੂ ਜੀ ਨੂੰ ਨੇਤਰਾਂ ਦੇ ਨਾਲ ਦੇਖਿਆ ਬਾਬਾ ਬੁੱਢਾ ਜੀ ਨੇ। ਹਾਂਜੀ, ਸ਼ਾਹੋ ਨਿਕਟ ਤੇ ਜਬ ਚਲ ਆਏ। ਤਬ ਹੀ ਬ੍ਰਿਧ ਜੁਤ ਭਟ ਸਮਧਾਏ। ਜਦੋਂ ਅਸਲ 'ਚ ਮਹਾਰਾਜ ਬਾਦਸ਼ਾਹ ਦੇ ਕੋਲੋਂ ਚੰਦੂ ਨੂੰ ਲੈ ਕੇ ਤੁਰੇ ਸਨ ਨਾ, ਉਸੇ ਵੇਲੇ ਹੀ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਸੁਨੇਹਾ ਭੇਜ ਦਿੱਤਾ ਸੀ, ਜਾਓ ਭਾਈ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦ ਕੇ ਲੈ ਕੇ ਆਓ। ਹਾਂਜੀ, ਪਦ ਅਰਬਿੰਦਨ ਬੰਦਨ ਕਰਕੇ। ਦਰਸ ਬਿਲੋਕਤ ਆਨੰਦ ਧਰ ਕੇ। ਗੱਜ ਕੇ ਆਖੋ ਵਾਹਿਗੁਰੂ। ਵੇਖੋ ਕਮਾਲ ਦੀ ਖੇਡ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ। ਸਾਰੀਆਂ ਫੌਜਾਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਫੌਜਾਂ ਦੇ ਵਿੱਚ ਜਿਹੜੇ ਘੋੜੇ ਸਨ ਨਾ, ਉਹ ਵੀ ਆਪਣੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਕੋ ਆ ਕੇ ਖੁਸ਼ ਹੋ ਗਏ ਜੀ। ਸਾਰੇ ਬੰਦਿਆਂ ਨੇ ਤੇ ਖੁਸ਼ ਹੋਣਾ ਹੀ ਸੀਗਾ ਜੀ। ਹਾਂਜੀ, ਬ੍ਰਿਧ ਜੁਤ ਸਭ ਸਨਮਾਨ ਬਿਠਾਏ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਸਮੇਤ ਜਿੰਨੇ ਸੂਰਬੀਰ ਯੋਧੇ ਸਨ, ਸਾਰਿਆਂ ਨੂੰ ਸਨਮਾਨ ਨਾਲ ਆਪਣੇ ਲਾਗੇ ਬਿਠਾਇਆ ਜੀ। ਹਾਂਜੀ, ਕਿਤਨੇ ਮਹਿ ਚੰਦੂ ਕਹੁ ਲਿਆਏ। ਇੰਨੇ ਚਿਰ ਨੂੰ ਭਾਈ ਜੇਠਾ ਜੀ ਹੋਣੀ ਚੰਦੂ ਨੂੰ ਲੈ ਆਏ ਜੀ। ਹਾਂਜੀ, ਗੁਰ ਪਰਯੰਕ ਪਰ ਥਿਰੇ ਨਿਹਾਰ ਹੈ। ਤੇ ਸੱਚੇ ਪਾਤਸ਼ਾਹ ਪਲੰਗੇ ਦੇ ਉੱਤੇ ਬੈਠੇ ਆ।
ਚੰਦੂ ਸਾਧ ਸੰਗਤ ਜੀ ਉਹਨੂੰ ਮੁਸ਼ਕਾਂ ਬੰਨੀਆਂ, ਸਿਰ ਨੰਗਾ, ਸਿਰ ਸੁੱਜਿਆ ਪਿਆ, ਸਿਰ 'ਚ ਮਿੱਟੀ ਪਈ ਹੋਈ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਲੰਗੇ ਦੇ ਉੱਤੇ ਬੈਠੇ ਚੰਦੂ ਵੱਲ ਵੇਖ ਰਹੇ ਆ। ਬਾਰ ਬਾਰ ਨਰਪਨ ਹੀ ਮਾਰੈ। ਤੇ ਜਿੰਨੇ ਸਿੱਖ ਸਨ ਨਾ, ਭਾਈ ਜੇਠਾ ਜੀ ਨੇ ਹੁਕਮ ਸੁਣਾਇਆ, ਹਾਂਜੀ, ਤੇ ਸਭ ਸਿੱਖਾਂ ਨੇ ਬਾਹਰ ਖੜ ਕੇ ਨਾ ਚੰਦੂ ਨੂੰ ਉਹਦੇ ਸਿਰ 'ਚ 5-5 ਜੁੱਤੀਆਂ ਮਾਰੀਆਂ ਜੀ। ਹਾਂਜੀ, ਖਾਕ ਸੀਸ ਅਰ ਮੁਖ ਪਰ ਡਾਰੀ। ਕੋਈ ਉਹਦੇ ਸਿਰ 'ਚ ਸਵਾਹ ਪਾਉਂਦਾ, ਮਿੱਟੀ ਪਾਉਂਦਾ, ਤੇ ਕੋਈ ਉਹਦੇ ਸਿਰ 'ਚ 5 ਜੁੱਤੀਆਂ ਮਾਰਦਾ। ਤੇ ਕਈ ਤਾਂ ਫਿਰ ਜਿਹੜੇ ਬਹੁਤੇ ਰੋਹ ਵਿੱਚ ਸੀ ਨਾ, ਉਹ 5 ਨਹੀਂ ਸੀ ਮਾਰਦੇ, ਉਹ ਜ਼ਿਆਦਾ ਮਾਰਦੇ ਸੀਗੇ ਜੀ, ਮਾਰੀ ਜਾਂਦੇ ਸੀਗੇ ਉਹਦੇ ਸਿਰ 'ਚ ਜੁੱਤੀਆਂ ਜੀ। ਹਾਂਜੀ, ਸੂਜਿਓ ਸਿਰ ਪਨਹੀ ਗਨ ਮਾਰੀ। ਆਖੋ ਵਾਹਿਗੁਰੂ। ਸੰਗਤ ਜੀ ਇੰਨੀਆਂ ਜੁੱਤੀਆਂ ਪਈਆਂ, ਇੰਨੀਆਂ ਜੁੱਤੀਆਂ ਪਈਆਂ, ਦੁਸ਼ਟ ਦਾ ਸਿਰ ਹੀ ਸੁੱਜ ਗਿਆ ਜੀ। ਹਾਂਜੀ, ਮੁਸ਼ਕਾਂ ਬੰਦੀ ਪਗਿਆ ਸਾਥ। ਫਿਰ ਉਹ ਵੇਖੋ ਹੱਥ ਵੀ ਨਹੀਂ ਸੀ ਕਰ ਸਕਦਾ ਜੀ, ਵੀ ਮੇਰੇ ਜੁੱਤੀ ਨਾ ਮਾਰੋ। ਸਿਰ ਤੇ ਹੱਥ ਵੀ ਨਹੀਂ ਸੀ ਕਰ ਸਕਦਾ। ਕਿਉਂ? ਹੱਥ ਤੇ ਦੋਵੇਂ ਉਹਦੀ ਪੱਗ ਨਾਲ ਉਹਦੇ ਪਿੱਛੇ ਬੰਨੇ ਸੀਗੇ ਜੀ। ਹਾਂਜੀ, ਜੇਠੇ ਗਹਿ ਰਾਖਿਓ ਨਿਜ ਹਾਥ। ਤੇ ਉਹ ਫੜ ਕੇ ਉਹਦੀ ਪੱਗ ਨਾਲ ਹੱਥ ਬੰਨੇ ਆ, ਤੇ ਉਹਦੀ ਪੱਗ ਦਾ ਪੱਲਾ ਜਿਹੜਾ ਨਾ ਭਾਈ ਜੇਠਾ ਜੀ ਨੇ ਮਗਰ ਆਪਣੇ ਹੱਥ 'ਚ ਫੜਿਆ ਸੀਗਾ ਜੀ। ਹਾਂਜੀ, ਵੱਡ ਜੈਕਾਰ ਸ਼ਬਦ ਤਪਿਓ। ਧੰਨ ਗੁਰੂ ਵੱਡ ਰਿਪ ਗਹਿ ਲਇਓ। ਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬੈਠੇ ਆ, ਚੰਦੂ ਨੂੰ ਜੁੱਤੀਆਂ ਵੱਜ ਰਹੀਆਂ ਨੇ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਾਰੇ ਆਏ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੈ ਜੈਕਾਰ ਕਰਨ ਲੱਗੇ। ਮਹਾਰਾਜ ਧੰਨ ਹੋ ਤੁਸੀਂ, ਸੱਚੇ ਪਾਤਸ਼ਾਹ ਧੰਨ ਹੋ ਤੁਸੀਂ। ਗੁਰੂ ਘਰ ਦੇ ਦੋਖੀ ਨੂੰ ਮਹਾਰਾਜ ਫੜ ਲਿਆ ਤੁਸਾਂ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫਿਰ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਹਰਗੋਬਿੰਦ ਊਚ ਉਚਾਰਾ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪ ਆਪਣੇ ਮੁਖ ਤੋਂ ਉੱਚੀ ਕਹਿਣ ਲੱਗੇ ਸੱਚੇ ਪਾਤਸ਼ਾਹ। ਹਾਂਜੀ, ਇਹ ਕੂਕਰ ਹੈ ਭੌਂਕਣ ਹਾਰਾ। ਆਖੋ ਮਹਾਰਾਜ ਕਹਿੰਦੇ ਸਿੱਖੋ ਕੁੱਤਾ ਹੈਗਾ ਤੇ ਕੁੱਤਾ ਏ, ਭੌਂਕਣ ਵਾਲਾ ਕੁੱਤਾ ਕਹਿਣ ਲੱਗੇ। ਗੁਰੂ ਅਰਜਨ ਸਾਹਿਬ ਨੂੰ ਬਾਰ-ਬਾਰ ਕਹਿੰਦਾ ਸੀਗਾ ਵੀ ਤੁਹਾਡੀ ਹਜ਼ੂਰੀ 'ਚ ਮੈਨੂੰ ਕੁੱਤਾ ਕਿਹਾ ਗਿਆ, ਮੈਂ ਕੁੱਤੇ ਦੀ ਤਰ੍ਹਾਂ ਤੁਹਾਡੇ ਮਗਰ ਪਾਵਾਂਗਾ। ਤੇ ਅੱਜ ਗੁਰੂ ਅਰਜਨ ਸਾਹਿਬ ਦਾ ਬਚਨ ਪੂਰਾ ਹੋ ਰਿਹਾ। ਮਹਾਰਾਜ ਕਹਿੰਦੇ ਫਿਰ ਵੇਖ ਲੈ, ਕੁੱਤੇ ਦੀ ਮੌਤ ਭੈੜੀ ਹੁੰਦੀ ਹੈ, ਤੁਸੀਂ ਆਮ ਵੇਖ ਲਓ। ਕੋਈ ਵਿਰਲੇ ਕੁੱਤੇ ਨੇ ਜਿਨ੍ਹਾਂ ਦੀ ਮੌਤ ਚੰਗੀ ਆਉਂਦੀ, ਨਹੀਂ ਤਾਂ ਸੜਕਾਂ ਤੇ ਮਰਦੇ ਜਦੋਂ ਜੀ ਐਕਸੀਡੈਂਟ ਨਾਲ ਜੀ। ਚੁੱਕਣ ਵਾਲਾ ਵੀ ਕੋਈ ਨਹੀਂ ਹੁੰਦਾ ਜੀ ਉਹਨਾਂ ਨੂੰ, ਬੜੀ ਭੈੜੀ ਮੌਤ ਹੁੰਦੀ ਉਹਨਾਂ ਦੀ। ਆਖੋ ਵਾਹ। ਸਾਰੇ ਸੱਚੇ ਪਾਤਸ਼ਾਹ ਜੀ ਨੂੰ ਧੰਨ ਧੰਨ ਕਹਿਣ ਲੱਗੇ। ਹਾਂਜੀ, ਜਹਾਂ ਤੁਰੰਗ ਸਮੂਹ ਪਛਾਰੀ। ਮਹਾਰਾਜ ਕਹਿੰਦੇ ਭੌਂਕਣ ਵਾਲਾ ਕੁੱਤਾ ਹੈ, ਕੁੱਤਾ। ਤੇ ਜਿੱਥੇ ਸਾਡੇ ਘੋੜੇ ਬੱਧੇ ਹੁੰਦੇ ਨਾ, ਘੋੜੇ, ਹਾਂਜੀ, ਇੱਕ ਲੱਕੜੀ ਤਹਿ ਗਾਡੋ ਭਾਰੀ। ਉਹਨਾਂ ਘੋੜਿਆਂ ਦੇ ਮਗਰ ਇੱਕ ਲੱਕੜ ਬੰਨੋ। ਮਹਾਰਾਜ ਕਹਿਣ ਲੱਗੇ, ਜਿਹਨੂੰ ਆਪਾਂ ਕਹਿੰਦੇ ਕਿੱਲਾ ਠੋਕੋ। ਪਹਿਲਾਂ ਪਸ਼ੂਆਂ ਨੂੰ ਬੰਨਣ ਨੂੰ ਕਿੱਲਾ ਠੋਕਦੇ ਹੁੰਦੇ ਸੀਗੇ ਜੀ, ਮੱਝ ਨੂੰ ਬੰਨਣਾ ਕਿੱਲਾ ਠੋਕਣਾ ਜੀ। ਹਾਂਜੀ, ਜੋ ਰਾਖੈ ਕੂਕਰ ਚੰਡਾਲ। ਦੇਹੋ ਮਿਲਾਏ ਇਸ ਕੋ ਤਿੰਨ ਨਾਲ। ਤੇ ਉੱਥੇ ਕਿੱਲਾ ਠੋਕ ਕੇ, ਜਿਵੇਂ ਚੰਡਾਲ ਜਿਹੜੇ ਆ ਉਹ ਕੁੱਤਿਆਂ ਨੂੰ ਬੰਨਦੇ ਆ, ਉਹਨਾਂ ਕੁੱਤਿਆਂ ਦੇ ਵਿੱਚ ਕਿੱਲਾ ਠੋਕ ਕੇ ਇਹਨੂੰ ਬੰਨੋ ਕਹਿਣ ਲੱਗੇ। ਗੱਜ ਕੇ ਆਖੋ ਸੰਗਤ ਜੀ। ਆਸੇ ਪਾਸੇ ਕੁੱਤੇ ਬੈਠੇ ਸੀਗੇ ਤੇ ਵਿਚਕਾਰ ਚੰਦੂ ਨੂੰ ਬਿਠਾਇਆ ਸੀਗਾ ਜੀ। ਸਤਿਗੁਰੂ ਜੀ ਦਾ ਬਚਨ ਸੀ, ਬਚਨ ਮਹਾਰਾਜ ਦਾ ਪੂਰਾ ਹੋਣਾ ਸੀਗਾ ਵੀ ਫਿਰ ਚੰਦੂ ਕੁੱਤੇ ਦੀ ਮੌਤ ਭੈੜੀ ਹੁੰਦੀ, ਤੇ ਕੁੱਤਿਆਂ ਦੇ ਵਿੱਚ ਹੀ ਬਿਠਾਇਆ ਜੀ। ਮਹਾਰਾਜ ਕਹਿੰਦੇ ਚੰਡਾਲਾਂ ਦੇ ਕੁੱਤਿਆਂ ਦੇ ਵਿੱਚ ਇਹਨੂੰ ਬਿਠਾਓ ਕਹਿਣ ਲੱਗੇ। ਕੂਕਰ ਸਮ ਦੇਹੋ ਖਾਨ ਰੋਪਾਨਾ। ਤੇ ਕੁੱਤਿਆਂ ਵਾਂਗੂ ਖਾਣ ਪੀਣ ਨੂੰ ਦੇਣਾ। ਹੱਥ ਤੇ ਬੰਨੇ ਸੰਗਤ ਜੀ, ਹੱਥ ਵੱਜੇ ਹੋਣ ਤੇ ਬੰਦਾ ਖਾਏਗਾ ਕਿਵੇਂ? ਫਿਰ ਤੇ ਕੁੱਤੇ ਵਾਂਗੂ ਹੀ ਮੂੰਹ ਮਾਰਨਾ ਪਏਗਾ ਨਾ। ਤਿਸ ਲੱਕੜੀ ਸਿਉ ਬਾਂਧ ਮਹਾਨਾ। ਮਹਾਰਾਜ ਕਹਿੰਦੇ ਉਹ ਬਸ ਕਿੱਲਾ ਠੋਕ ਕੇ ਬੰਨਦੇ ਹੋਏ ਇਹਨੂੰ ਕਹਿਣ ਲੱਗੇ। ਹਾਂਜੀ ਸੰਗਤ ਜੀ, ਪੂਰਾ ਕੁੱਤਾ ਬਣਾਇਆ ਜੀ, ਕੁੱਤਾ ਜੀ। ਔਰ ਕਥਾ ਕਰਦਿਆਂ
ਚੰਦੂ ਨੂੰ ਕੁੱਤਾ ਕਹਿੰਦੇ ਆ, ਮਾਣ ਮਹਿਸੂਸ ਹੁੰਦਾ ਹੈ। ਗੱਜ ਕੇ ਆਖੋ ਕੋਈ ਸੰਗ ਨਹੀਂ ਆਉਂਦੀ, ਨਹੀਂ ਤੇ ਕੁੱਤਾ ਸ਼ਬਦ ਕਹਿੰਦੇ ਆ ਕਥਾ ਚ ਹੋਰ ਤਰ੍ਹਾਂ ਦਾ ਲੱਗਦਾ ਹੈ, ਪਰ ਚੰਦੂ ਨੂੰ ਕੁੱਤਾ ਕਹਿੰਦੇ ਆ, ਮਾਣ ਮਹਿਸੂਸ ਹੁੰਦਾ ਹੈ। ਉਹਦਾ ਕਾਰਨ ਇਹ ਦੁਸ਼ਟ ਹੈ ਹੀ ਇਸੇ ਵਾਇਦਾ ਹੈ। ਹਾਂਜੀ। ਜੇਤਿਕ ਮਾਨਵ ਹਮਰੇ ਸੰਗ, ਸਭ ਕੋ ਹੈ ਅਸ ਹੁਕਮ ਅਭੰਗ। ਗੱਜ ਕੇ ਆਖੋ ਮਹਾਰਾਜ ਕਹਿੰਦੇ ਜਿੰਨੀਆਂ ਫੌਜਾਂ ਨੇ ਸਾਡੀਆਂ, ਜਿੰਨੀਆਂ ਸੰਗਤਾਂ ਨੇ, ਸਾਰੀਆਂ ਸੰਗਤਾਂ ਨੂੰ ਸਾਡਾ ਹੁਕਮ ਸੁਣਾ ਦਿਓ ਭਾਈ। ਪਾਂਚ ਪਾਂਚ ਪਨਹੀ ਬਲ ਮਾਰੇ, ਪਾਂਚ ਪਾਂਚ ਪਨਹੀ ਬਲ ਸਾਥੇ, ਪੰਜ ਪੰਜ ਜੁੱਤੀਆਂ ਪੂਰੇ ਜ਼ੋਰ ਦੇ ਨਾਲ ਬਲ ਲਾ ਕੇ ਬੜੇ ਦੁਸ਼ਟ ਕੇ ਹਨੀਏ ਮਾਥੇ। ਇਸ ਦੁਸ਼ਟ ਦੇ ਮੱਥੇ ਵਿੱਚ ਮਾਰਨੀਆਂ, ਭਾਵ ਸਿਰ 'ਚ ਮਾਰਨੀਆਂ। ਇਹ ਨਹੀਂ ਵੀ ਹੌਲੀ ਹੌਲੀ ਮਾਰੋ, ਮਾਰ ਕਹਿੰਦੇ ਪੂਰੇ ਜ਼ੋਰ ਨਾਲ, ਜਿੰਨਾ ਜ਼ੋਰ ਹੈਗਾ ਸਾਰੇ ਜ਼ੋਰ ਨਾਲ ਜੁੱਤੀ ਮਾਰਨੀ ਹੈ। ਹਾਂਜੀ। ਇਮ ਸੁਨ ਕਰ ਸੈਨਾ ਨਰ ਸਾਰੇ, ਇਹ ਸੁਣ ਕੇ ਫੌਜਾਂ ਤਾਂ ਅੱਗੇ ਹੀ ਤਿਆਰ ਹੁੰਦੀਆਂ ਇਸੇ ਕਿਹੋ ਜਿਹੇ ਕੰਮਾਂ ਨੂੰ। ਗੱਜ ਕੇ ਆਖੋ ਫੌਜਾਂ ਤਾਂ ਤਿਆਰ ਪਰ ਤਿਆਰ ਸਨ ਸਾਧ ਸੰਗਤ ਜੀ। ਸਾਰੀਆਂ ਫੌਜਾਂ ਸਿੱਖ ਨਿਜ ਨਿਜ ਬਾਰੀ ਕਰਤ ਪ੍ਰਹਾਰੇ। ਵਾਰੀ ਲੱਗ ਗਈ, ਲੈਣ ਲੱਗ ਗਈ ਜੀ ਇਹਦੇ ਜੁੱਤੀਆਂ ਮਾਰਨ ਵਾਸਤੇ। ਆਪੋ ਆਪਣੀ ਵਾਰੀ ਦੇ ਨਾਲ ਆ ਕੇ ਪੂਰੇ ਬਲ ਨਾਲ, ਪੰਜ ਤੇ ਮਾਰਦੇ ਹੀ ਮਾਰਦੇ ਆ ਨਾ, ਉਹਦੇ ਤੋਂ ਵੱਧ ਵੀ ਮਾਰ ਦਿੰਦੇ ਆ ਜੀ। ਹਾਂਜੀ। ਪਨਹੀ ਹਨਤ ਮੂਰਛਾ ਪਾਈ। ਗੱਜ ਕੇ ਆਖੋ ਹੁਣ ਤੁਸੀਂ ਵੇਖੋ ਵੀ ਕਿੰਨੀਆਂ ਕੁ ਖਾ ਲੈਂਦਾ ਜੀ, ਕਿੰਨੀਆਂ ਕੁ ਖਾਂਦਾ। ਜੁੱਤੀਆਂ ਖਾਂਦਾ 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 ਕੁੱਤਿਆਂ 'ਚ ਵੱਜਾ ਹੋਇਆ ਦੁਸ਼ਟ ਸਾਧ ਸੰਗਤ ਜੀ ਬੇਹੋਸ਼ ਹੋ ਗਿਆ ਜੀ। ਧਰੇ ਮੌਨ ਸਭ ਲਹੇ ਸਜਾਈ, ਤੇ ਬਿਲਕੁਲ ਹੀ ਚੁੱਪ ਜਾ ਹੋ ਗਿਆ, ਮੂਰਛਾ ਹੋ ਗਿਆ ਜੀ। ਹਾਂਜੀ। ਲਾਤ ਪ੍ਰਹਾਰ ਪਰੇ ਪਰ ਕਰਹੀ, ਹਤਿਓ ਦੁਸ਼ਟ ਬਾਟ ਬਾਕ ਉਚਰਹੀ। ਗੱਜ ਕੇ ਆਖੋ ਤੇ ਜਦੋਂ ਬੇਹੋਸ਼ ਹੋਇਆ ਪਿਆ ਨਾ, ਤੇ ਗੁਰਸਿੱਖਾਂ ਕਸਰ ਨਹੀਂ ਛੱਡੀ। ਮੇਰੇ ਖਿਆਲ ਨਾਲ ਵਿੱਚ ਅਸੀਂ ਵੀ ਹੁੰਦੇ ਤਾਂ ਅਸੀਂ ਵੀ ਇਹੋ ਕੁਝ ਕਰਨਾ ਸੀਗਾ। ਪਤਾ ਕੀ ਕੀਤਾ ਜੀ, ਫਿਰ ਚੱਲਣ ਦੇ ਲੱਤਾਂ ਤੇ ਲੱਤਾਂ ਜੀ। ਆਖੋ ਵਾਹਿਗੁਰੂ। ਚੱਲਣ ਦੇ ਲੱਤਾਂ ਤੇ ਲੱਤਾਂ ਜੀ। ਹਾਂਜੀ। ਬੇਹੋਸ਼ ਨੂੰ ਹੀ ਮਾਰੀ ਜਾਂਦੇ ਤੇ ਕਹਿੰਦਾ ਦੁਸ਼ਟ ਨੂੰ ਮਾਰੋ 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 ਦੁਸ਼ਟ ਨੂੰ, ਇਸ ਤਰ੍ਹਾਂ ਕਹਿ ਰਹੇ। ਪਾਪ ਕੀ ਕੀਤਾ ਜੀ? ਪਾਪ ਇਹ ਕੀਤਾ ਕਿ ਲੰਮਾ ਸਮਾਂ ਗੁਰੂ ਅਰਜਨ ਦੇਵ ਜੀ ਨੂੰ ਉਬਲਦੇ ਪਾਣੀ 'ਚ ਬਿਠਾਇਆ ਜੀ, ਤੱਤੀ ਤਵੀ ਤੇ ਬਿਠਾਇਆ ਜੀ। ਹਾਂਜੀ। ਮੂਰਛਤ ਪਰਿਓ ਸੁਨਿਓ ਇਮ ਜਬੈ, ਦਇਓ ਹੁਕਮ ਗੁਰ ਹਨੋ ਨਾ ਅਬੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣਿਆ ਵੀ ਚੰਦੂ ਬੇਹੋਸ਼ ਹੋ ਗਿਆ ਤੇ ਸਿੱਖ ਲੱਤਾਂ ਤੇ ਲੱਤਾਂ ਹੀ ਚੱਲਣ ਦੇ, ਤੇ ਫਿਰ ਦਇਓ ਹੁਕਮ ਗੁਰ ਹਤਿਓ ਨਾ ਅਬੈ। ਮਹਾਰਾਜ ਕਹਿੰਦੇ ਹੁਣ ਨਾ ਮਾਰਿਓ, ਕਿਤੇ ਮਾਰੀ ਨਾ ਜਾਵੇ, ਇੰਨੀ ਛੇਤੀ ਨਹੀਂ ਮਾਰਨਾ ਇਹਨੂੰ। ਮਰਹਿ ਨਹੀਂ ਜੀਵਤ ਇਸ ਰਾਖੋ, ਇਹਨੂੰ ਮਾਰਨਾ ਨਹੀਂ ਹੈ, ਇਹਨੂੰ ਜਿਉਂਦੇ ਰੱਖਣਾ। ਹਾਂਜੀ। ਬਾਹੋ ਪੁਰ ਮੈਂ ਫੇਰਨ ਅਭਿਲਾਖੋ। ਆਖੋ ਮਹਾਰਾਜ ਕਹਿੰਦੇ ਅਜੇ ਤੇ ਦਿੱਲੀ 'ਚ ਫੇਰਿਆ, ਅਜੇ ਤੇ ਬੜੇ ਸ਼ਹਿਰਾਂ 'ਚ ਕੁੱਤੇ ਨੂੰ ਲੈ ਕੇ ਜਾਣਾ। ਕਹਿਣ ਲੱਗੇ ਸਾਧ ਸੰਗਤ ਜੀ, ਤਰਨ ਤਾਰਨ ਦਰਬਾਰ ਸਾਹਿਬ ਹੈ ਨਾ, ਤਰਨ ਤਾਰਨ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਉਹ ਜਗ੍ਹਾ ਬਣੀ ਹੈ। ਗੁਰੂ ਹਰਗੋਬਿੰਦ ਸਾਹਿਬ ਜਦੋਂ ਇਹਨੂੰ ਲੈ ਕੇ ਆਏ, ਜਿੱਥੇ ਬੈਠੇ ਮਹਾਰਾਜ, ਉਹ ਜਗ੍ਹਾ ਬਣੀ ਮੰਜੀ ਸਾਹਿਬ ਦੀ, ਦੀਵਾਨ ਹਾਲ ਦੇ ਨਾਲ ਹੀ। ਤੇ ਉੱਥੇ ਹੀ ਇੱਕ ਪਾਸੇ ਇਸ ਦੁਸ਼ਟ ਨੂੰ ਬੰਨਿਆ ਸੀ, ਤੇ ਉੱਥੇ ਵੀ ਜੁੱਤੀਆਂ ਖਾਂਦਾ ਸੀਗਾ। ਮਹਾਰਾਜ ਕਹਿੰਦੇ ਅਜੇ ਨਾ ਮਾਰੋ, ਜੇ ਮਰ ਗਿਆ ਤੇ ਬਾਕੀ ਨਗਰਾਂ 'ਚ ਕਿਵੇਂ ਲੈ ਕੇ ਜਾਣਾ? ਲਾਸ਼ ਥੋੜੀ ਚੁੱਕੀ ਫਿਰਨੀ ਹੈ। ਮਹਾਰਾਜ ਕਹਿੰਦੇ ਇਹਨੂੰ ਬੜੇ ਨਗਰਾਂ ਦੇ ਵਿੱਚ ਲੈ ਕੇ ਜਾਣਾ। ਹਾਂਜੀ। ਸਵਾਨਨ ਸਾਥ ਦੇਹੋ ਤੇ ਖਾਣਾ, ਕੁੱਤਿਆਂ ਦੇ ਨਾਲ ਜਿਹੋ ਜਿਹਾ ਕੁੱਤਿਆਂ ਨੂੰ ਖਾਣਾ ਦਿੰਦੇ ਉਹੋ ਜਿਹਾ ਇਹਨੂੰ ਦੇ ਦੇ। ਰਾਖ ਬਚਾਵੋ ਤਿੰਨ ਮਹਿ ਪ੍ਰਾਨਾ, ਤੇ ਇਹਦੇ ਪ੍ਰਾਣ ਬਚਾ ਕੇ ਰੱਖਣੇ, ਇਹਨੂੰ ਮਾਰਨਾ ਨਹੀਂ ਅਜੇ। ਹਾਂਜੀ। ਸੁਨ ਜੇਠੇ ਮੁਸ਼ਕਾਂ ਖੁਲਵਾਈ, ਤੇ ਭਾਈ ਜੇਠਾ ਜੀ ਨੇ ਜਦੋਂ ਇਹ ਹੁਕਮ ਸੁਣਿਆ ਮਹਾਰਾਜ ਦਾ, ਇਹਦੇ ਹੱਥ ਜਿਹੜੇ ਮਗਰ ਬੰਨੇ ਸੀਗੇ ਉਹ ਖੋਲ ਦਿੱਤੇ ਜੀ।
ਰਾਖੇ ਢਿੱਗ ਬਿਠਾਏ ਤਕਰਾਈ। ਤੇ ਪੂਰੀ ਤਕੜਾਈ ਕੀਤੀ, ਲਾਗੇ ਪਹਿਰੇਦਾਰ ਰੱਖੇ, ਵਿੱਚ ਘਰ ਬਿਠਾਇਆ ਜੀ। ਹਾਂਜੀ। ਗਹੇ ਸ਼ਸਤਰ ਇੱਕ ਠਾਂਡੋ ਰਹਾ। ਇੱਕ ਸਿੱਖ ਸ਼ਸਤਰ ਫੜ ਕੇ ਹਰ ਸਮੇਂ ਲਾਗੇ ਖਲੋਤਾ ਰਹਿੰਦਾ ਸੀਗਾ ਜੀ। ਅਗਰ ਬਿਲੋਚਨ ਕੇ ਇਸਲਾਹ। ਤੇ ਅੱਖਾਂ ਖੋਲ ਕੇ ਇਹਦੇ ਵੱਲ ਧਿਆਨ ਰੱਖਦਾ ਸੀਗਾ ਜੀ, ਦੁਸ਼ਟ ਭਾਜੇ ਨਾ ਕਿਤੇ। ਹਾਂਜੀ। ਇਤਿਆਦਿਕ ਕਹਿ ਕਰ ਸਭ ਬਾਤ, ਦੇਖੀ ਆਨ ਪ੍ਰਵਿਰਤੀ ਰਾਤ। ਗੱਜ ਕੇ ਆਖੋ। ਇਸ ਤਰੀਕੇ ਨਾਲ ਗੱਲਬਾਤ ਕੀਤੀ ਤੇ ਮਜਨੂ ਟਿੱਲੇ ਰਾਤ ਪੈ ਗਈ ਜੀ। ਹਾਂਜੀ। ਗੁਰੂ ਸਹਿਤ ਕਰ ਖਾਨ ਰੋਪਾਨਾ। ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਸਾਰੀਆਂ ਸੰਗਤਾਂ ਨੇ ਜਲ ਪਾਣੀ ਪ੍ਰਸ਼ਾਦਾ ਛਕਿਆ। ਟਿਕੇ ਸਕਲ ਨਰ ਨਿਜ ਨਿਜ ਥਾਨਾ। ਸਾਰੇ ਆਪੋ ਆਪਣੀ ਜਗ੍ਹਾ ਤੇ ਟਿਕ ਗਏ ਜੀ, ਆਰਾਮ ਕਰਨ ਲੱਗ ਪਏ। ਸੁਪਤ ਜਥਾ ਸੁਖ ਗੁਰ ਅਭਿਰਾਮੂ, ਤਜੀ ਨੀਂਦ ਜਬ ਜਾਮਨ ਜਾਮੂ। ਇੱਕ ਪੈਰ ਰਾਤ ਰਹਿੰਦਿਆਂ ਰਹਿ ਗਿਆ ਤੇ ਸਤਿਗੁਰੂ ਜੀ ਉੱਠ ਕੇ ਬੈਠ ਗਏ ਜੀ। ਹਾਂਜੀ। ਸੌਚ ਇਸ਼ਨਾਨ ਕੀਨ ਸੁਖ ਪਾਏ। ਇਸ਼ਨਾਨ ਪਾਨ ਕੀਤਾ। ਹਾਂਜੀ। ਥਿਰੇ ਅਡੋਲ ਸਮਾਧ ਲਗਾਏ। ਤੇ ਸੱਚੇ ਪਾਤਸ਼ਾਹ ਸੁਖ ਪਾਇਆ, ਅਡੋਲ ਸਮਾਧੀ ਲਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੈਠ ਗਏ। ਅੰਮ੍ਰਿਤ ਵੇਲਾ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਨਿਭਾਇਆ ਜੀ। ਗੱਜ ਕੇ ਆਖੋ ਵਾਹ। ਗੱਜ ਕੇ ਆਖੋ ਵਾਹਿਗੁਰੂ। ਐਡੇ ਵੱਡੇ ਦੁਸ਼ਟ ਨੂੰ ਸਜ਼ਾ ਮਿਲ ਰਹੀ ਤੇ ਤੁਸੀਂ ਢਿੱਲੇ ਜੇ ਬੈਠੇ ਤੇ। ਹਾਂਜੀ। ਇਹ ਕੱਲ ਸਿੱਖ ਕਹਿੰਦੇ ਨੇ ਇਹਨੂੰ ਜੁੱਤੀਆਂ ਮਾਰਨੀਆਂ ਵੀ ਸੇਵਾ ਹੀ ਹੈਗੀ ਹੈ ਗੁਰੂ ਘਰ ਦੀ। ਮਾਰੋ ਜੁੱਤੀਆਂ ਦੀਆਂ। ਹਾਂਜੀ। ਤੇ ਆਪਾਂ ਗੱਜ ਕੇ ਵਾਹਿਗੁਰੂ ਕਹਿ ਦਈਏ। ਗੱਜ ਕੇ ਆਖੋ ਵਾਹਿਗੁਰੂ। ਆਸਾ ਵਾਰ ਰਬਾਬੀ ਗਾਵੇ। ਆਸਾ ਜੀ ਦੀ ਵਾਰ ਦਾ ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕੀਤਾ। ਬਾਹੋ ਰਾਗਨ ਕੇ ਸ਼ਬਦ ਸੁਨਾਵੇਂ। ਬਹੁਤ ਸੋਹਣੇ ਸੋਹਣੇ ਰਾਗਾਂ ਦੇ ਵਿੱਚ ਸ਼ਬਦ ਗਾਏ ਜੀ ਗੁਰੂ ਕੇ ਸਿੱਖਾਂ ਨੇ। ਰੌਣਕ ਹੋਈ ਅਤ ਸਭ ਡੇਰੇ। ਸਾਰੇ ਡੇਰੇ 'ਚ ਰੌਣਕ ਲੱਗੀ ਪਈ ਜੀ। ਕਿਉਂ? ਇੱਕ ਤੇ ਮਹਾਰਾਜ ਚਿਰ ਬਾਅਦ ਆਏ ਜੀ ਗਵਾਲੀਅਰ ਚੋਂ, ਤੇ ਦੂਜਾ ਦੁਸ਼ਟ ਨੂੰ ਨਾਲ ਲੈ ਕੇ ਆਏ ਮਹਾਰਾਜ। ਜਾਗਤ ਹੋਤ ਆਨੰਦ ਬਡੇਰੇ। ਆਖੋ ਰੌਣਕ ਅਤ ਹੋਈ ਸਭ ਡੇਰੇ, ਜਾਗਤ ਹੋਤ ਆਨੰਦ ਬਡੇਰੇ। ਕਹਿੰਦੇ ਸਾਰੇ ਜਿਹੜੇ ਜਾਗਦੇ ਰਹਿੰਦੇ ਸਿੱਖ, ਸਾਰੇ ਸਿੱਖ ਜਾਗਦੇ ਰਹਿੰਦੇ, ਰਾਤ ਵੀ ਜਾਗਦੇ ਰਹਿੰਦੇ। ਮੇਲਾ ਲੱਗਿਆ ਪਿਆ ਜੀ। ਹਾਂਜੀ। ਭੇ ਇਕੱਤਰ ਸਭ ਨਰ ਜੁਰ ਆਜ, ਸਿੱਖ ਸੰਗਤ ਅਰ ਸੈਨ ਸਮਾਜ। ਅਗਲੇ ਦਿਨ ਫਿਰ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਦਿੱਲੀ ਦੀ ਧਰਤੀ ਤੇ। ਦਿਨ ਕਰ ਉਦੈ ਭਇਓ ਜਿਸ ਕਾਲਾ। ਜਦੋਂ ਐ ਸੂਰਜ ਚੜ ਗਿਆ ਅੰਮ੍ਰਿਤ ਵੇਲੇ ਦੇ ਕੀਰਤਨ ਤੋਂ ਬਾਅਦ, ਬਿਕਸੇ ਗੁਰ ਦ੍ਰਿਗ ਕਮਲ ਵਿਸਾਲਾ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੇਤਰ ਖੋਲੇ ਜੀ ਆਪਣੇ। ਹਾਂਜੀ। ਤਜੀ ਸਮਾਧ ਬਸਤਰ ਮੰਗਵਾਏ। ਮਹਾਰਾਜ ਜੀ ਸਮਾਧੀ ਖੋਲ ਕੇ ਤੇ ਬਸਤਰ ਮੰਗਵਾਏ ਆਪਣੇ। ਪਹਿਰ ਸਰਬ ਸਤਿਗੁਰੂ ਸੁਹਾਏ। ਬਸਤਰ ਸ਼ਸਤਰ ਸਜਾ ਕੇ ਬਹੁਤ ਫੱਬ ਗਏ ਮਹਾਰਾਜ। ਬੈਠੇ ਵਹਿਰ ਲਗਾਏ ਦੀਵਾਨ, ਬੰਦਤ ਸਭ ਬ੍ਰਿਧ ਆਦਿਕ ਆਨ। ਗੱਜ ਕੇ ਆਖੋ। ਤੇ ਦੀਵਾਨ ਲਾ ਲਿਆ। ਸੱਚੇ ਪਾਤਸ਼ਾਹ ਬੈਠ ਗਏ। ਹਾਂਜੀ। ਸਿਪਰ ਖੜਗ ਧਰ ਗਨ ਭਟ ਆਏ, ਅਤ ਪ੍ਰਮੋਦ ਸਭ ਕੈ ਉਰਸ਼ਾਏ। ਬਹੁਤ ਯੋਧੇ ਸੂਰਮੇ, ਢਾਲਾਂ, ਤਲਵਾਰਾਂ, ਨੇਜੇ, ਬਰਛੀਆਂ ਫੜ ਕੇ ਆ ਕੇ ਦੀਵਾਨ 'ਚ ਬੈਠ ਗਏ। ਤਿਆਰ ਬਰ ਤਿਆਰ ਹੋ ਕੇ ਸਾਰੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਗਏ। ਜੁਤ ਹਰਦਾਸ ਮਹੀਪਤ ਪਾਵਨ, ਆਏ ਕਰਿਓ ਗੁਰ ਦਰਸ਼ਨ ਪਾਵਨ। ਆਖੋ ਫਿਰ ਸ੍ਰੀ ਵਾਹਿਗੁਰੂ। ਵਾਹਿਗੁਰੂ। ਗੱਜ ਕੇ ਸੰਗਤ ਜੀ ਫਿਰ ਉਹ 52 ਰਾਜੇ ਵੀ ਮਹਾਰਾਜ ਦੇ ਕੋਲ ਆਏ। 52 ਰਾਜੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਮਜਨੂ ਢਿੱਲੇ ਦਰੋਗਾ ਹਰਦਾਸ ਨਾਲ ਆਇਆ ਜੀ। ਹਾਂਜੀ। ਬੰਦਨ ਕਰੈ ਚਰਨ ਅਰਬਿੰਦੇ। ਸਤਿਗੁਰੂ ਜੀ ਦੇ ਚਰਨਾਂ ਤੇ ਉਹਨਾਂ ਰਾਜਿਆਂ ਨੇ ਮੱਥਾ ਟੇਕਿਆ ਇੱਕ ਇੱਕ ਕਰਕੇ। ਆਪਾਂ ਵੀ ਟੇਕ ਦਈਏ ਮੱਥਾ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਬੈਠ ਨਿਕਟ ਬਹੁ ਹਿਰਦੇ ਆਨੰਦੇ। ਤੇ ਸਤਿਗੁਰੂ ਜੀ ਦੇ ਕੋਲ ਬਹਿ ਗਏ। ਬਹੁਤ ਖੁਸ਼ ਨੇ ਸਾਰੇ ਵੀ ਦੁਸ਼ਟ ਪਾਪੀ ਜਿਹੜਾ ਹੈ ਇਹ ਫੜਿਆ ਗਿਆ। ਰਾਜੇ ਇਸ ਕਰਕੇ ਖੁਸ਼ ਨੇ ਵੀ ਅਸੀਂ ਆਜ਼ਾਦ ਹੋ ਗਏ ਹਾਂ। ਸਨਮੁਖ ਗੁਰ ਦਰੋਹੀ ਗਹਿ ਬਾਂਧਾ। ਉਧਰ ਸਾਹਮਣੇ ਹੀ ਜੋੜਿਆਂ ਦੇ ਵਿੱਚ ਦੁਸ਼ਟ ਨੂੰ ਬੰਨਿਆ ਹੋਇਆ। ਦੁਸ਼ਟ ਕੌਣ ਭਲਾ? ਹਾਂਜੀ, ਹਾਂ, ਚੰਦੂ ਕੁੱਤੇ ਨੂੰ ਬੰਨਿਆ ਜੀ। ਬੀਚ ਚੰਡਾਲਨ ਕੇ ਲਹਿ ਬਾਧਾ। ਆਸੇ ਪਾਸੇ ਚੰਡਾਲ ਖਿਲਾਰੇ ਦੀ ਉਹਦੇ। ਸਤਿਗੁਰ ਨਿਕਟ ਬ੍ਰਿਧ ਨੇ ਭਾਖਾ। ਤੇ ਹੁਣ ਮਹਾਰਾਜ ਬੈਠੇ ਆ, ਧਿਆਨ ਨਾਲ ਸੁਣਿਓ, ਆਖੋ ਵਾਹਿਗੁਰੂ। ਸਤਿਗੁਰੂ ਜੀ ਨੂੰ ਨਾ ਧੰਨ ਧੰਨ ਬਾਬਾ ਜੀ, ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਾਤ ਗੰਗ ਕੇ ਉਰ ਅਭਿਲਾਖਾ। ਇਤ ਦਿਸ਼ ਤੁਮਰੇ ਮਹਿ ਮਨ ਲਾਗਾ। ਕਹਿੰਦੇ ਮਹਾਰਾਜ ਬਹੁਤ ਆਨੰਦ ਵਰਤ ਰਿਹਾ, ਪਰ ਮਾਤਾ ਗੰਗਾ ਜੀ ਨੂੰ ਤੁਹਾਡੀ ਚਿੰਤਾ ਹੋਣੀ ਹੈ। ਮਹਾਰਾਜ ਮਾਤਾ ਜੀ ਦਾ ਤੇ ਧਿਆਨ ਹੀ ਤੁਹਾਡੇ ਪਾਸੇ ਲੱਗਾ ਰਹਿੰਦਾ। ਹਾਂਜੀ, ਇੱਕ ਪੁੱਤਰਾ ਦੀਰਘ ਅਨੁਰਾਗਾ। ਪ੍ਰਥਮ ਵਿਸ਼ਰਨੋ ਨੰਦਨ ਪਿਆਰੋ। ਜਨਨੀ ਕੀ ਇਮ ਸਤ ਦਸ਼ਾ ਵਿਚਾਰੋ। ਤੇ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਵੀ ਕੋਈ ਖਬਰ ਭੇਜ ਗਏ। ਇੱਕੋ ਇੱਕ ਤੁਸੀਂ ਉਹਨਾਂ ਦੇ ਪੁੱਤਰ ਚ, ਉਹ ਵੀ ਸਤਿਗੁਰੂ ਚ। ਹਾਂਜੀ, ਸੁਧ ਸਭ ਲਿਖ ਭੇਜੋ ਤਤਕਾਲ। ਸੁਨ ਉਪਜੇ ਉਰ ਮੋਦ ਵਿਸਾਲ। ਮਾਤਾ ਜੀ ਨੂੰ ਪਤਾ ਲੱਗੇ ਵੀ ਤੁਸੀਂ ਕਿਲੇ ਚੋਂ ਬਾਹਰ ਆ ਗਏ ਹੋ, ਦੁਸ਼ਟ ਚੰਦੂ ਫੜਿਆ ਗਿਆ। ਇਹ ਖਬਰ ਪੜਨ ਮਾਤਾ ਜੀ ਤੇ ਜਿਵੇਂ ਅਸੀਂ ਖੁਸ਼ ਹਾਂ ਅੰਮ੍ਰਿਤਸਰ ਦੀਆਂ ਸੰਗਤਾਂ, ਤੇ ਮਾਤਾ ਜੀ ਵੀ ਖੁਸ਼ ਹੋਣ ਸਾਰੇ। ਸ੍ਰੀ ਹਰਗੋਬਿੰਦ ਸੁਨ ਕਰ ਬਾਣੀ। ਬ੍ਰਿਧ ਸਾਹਿਬ ਇਹ ਨੀਕ ਬਖਾਨੀ। ਆਖੋ ਸੱਚੇ ਪਾਤਸ਼ਾਹ ਕਹਿੰਦੇ, ਬਾਬਾ ਜੀ ਬਹੁਤ ਸੋਹਣੀ ਗੱਲ ਆਖੀ ਤੁਸੀਂ। ਕਹਿਣ ਲੱਗੇ, ਲਿਖ ਕਰ ਪਠੋ ਤੁਰਤ ਹਲਕਾਰਾ। ਤੁਰੰਤ ਹੀ ਲਿਖ ਕੇ ਭੇਜੋ, ਕਹਿੰਦੇ ਮਾਤਾ ਜੀ ਨੂੰ ਖਬਰ ਦਿਓ, ਮਾਤਾ ਗੰਗਾ ਜੀ ਨੂੰ। ਕਰਹਿ ਕਰਾਹਾ ਜਾਏ ਦਰਬਾਰਾ। ਦਰਬਾਰ ਸਾਹਿਬ ਜਾਣ, ਕੜਾ ਪ੍ਰਸ਼ਾਦ ਦੀ ਦੇਗ ਕਰਾਉਣ। ਕਹਿਣ ਲੱਗੇ ਸ਼ੁਕਰਾਨੇ। ਅੱਜ ਵੀ ਦਰਬਾਰ ਸਾਹਿਬ ਕੜਾ ਪ੍ਰਸ਼ਾਦ ਦੀ ਦੇਗ ਬੜਾ ਵੱਡਾ ਮਹੱਤਵ ਰੱਖਦੀ ਹੈ। ਹਾਂਜੀ, ਪੂਰਬ ਸਰਬ ਕਾਮਨਾ ਹੋਈ। ਗਹਿਓ ਮੰਦ ਮਤ ਸ਼ਤਰੂ ਜੋਈ। ਪੂਰਨ ਸਰਬ ਕਾਮਨਾ ਹੋਈ। ਦੇਗ ਕਰਾਉਣ, ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਾਉਣ, ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਨੇ। ਦੁਸ਼ਟ ਚੰਦੂ ਫੜਿਆ ਗਿਆ। ਹਾਂਜੀ, ਆਏ ਸਪਾਏ ਬ੍ਰਿਧ ਤਤਕਾਲਾ। ਧੰਨ ਧੰਨ ਬਾਬਾ ਬੁੱਢਾ ਜੀ ਨੇ ਹੁਕਮ ਮੰਨਿਆ ਜੀ ਉਸੇ ਵੇਲੇ। ਲਿਖ ਪੱਤਰੀ ਪਟ ਸ਼ਿਗ ਵਿਸਾਲਾ। ਤੇ ਸੰਗਤ ਦੀ ਬਾਬਾ ਜੀ ਦੀ ਉਮਰ ਉਦੋਂ ਘੱਟੋ ਘੱਟ ਨਹੀਂ 105 ਸਾਲ ਤੋਂ ਉੱਤੇ ਦੀ ਹੈ ਬਾਬਾ ਬੁੱਢਾ ਜੀ ਦੀ ਉਮਰ। ਉਦਮ ਵੇਖ ਲਓ ਕਿੰਨਾ ਜੀ। ਉਸੇ ਵੇਲੇ ਚਿੱਠੀ ਲਿਖੀ ਜੀ, ਇੱਕ ਸਿੱਖ ਨੂੰ ਅੰਮ੍ਰਿਤਸਰ ਤੋਰ ਦਿੱਤਾ ਜੀ। ਸ੍ਰੀ ਅੰਮ੍ਰਿਤਸਰ ਜਬ ਸੁਧ ਆਈ। ਅੰਮ੍ਰਿਤਸਰ ਵਿੱਚ ਖਬਰ ਪਹੁੰਚ ਗਈ ਜੀ। ਸੁਨ ਗੰਗਾ ਨਿਜ ਅੰਗ ਨਾ ਮਾਈ। ਆਖੋ ਫਿਰ ਵਾਹਿਗੁਰੂ। ਮਾਤਾ ਗੰਗਾ ਜੀ ਨੇ ਸੁਣਿਆ। ਮਾਤਾ ਜੀ, ਬਾਬਾ ਬੁੱਢਾ ਜੀ ਨੇ ਲਿਖਿਆ, ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਆਪ ਤੇ ਬਾਹਰ ਆਏ ਐ, 52 ਰਾਜੇ ਵੀ ਨਾਲ ਹੀ ਲੈ ਕੇ ਆਏ ਤੇ ਦੁਸ਼ਟ ਚੰਦੂ ਫੜਿਆ ਗਿਆ ਜੀ। ਤੇ ਫਿਰ ਜਦੋਂ ਮਾਤਾ ਜੀ ਨੇ ਇਹ ਗੱਲ ਸੁਣੀ ਨਾ ਤੇ ਫਿਰ ਭਾਈ ਸੰਤੋਖ ਸਿੰਘ ਜੀ ਲਿਖਦੇ, ਸੁਨ ਗੰਗਾ ਨਿਜ ਅੰਗ ਨਾ ਮਾਈ। ਮਾਤਾ ਗੰਗਾ ਜੀ ਬਹੁਤੇ ਹੀ ਖੁਸ਼ ਹੋਏ, ਬਹੁਤੇ ਖੁਸ਼ ਹੋਏ। ਬਾਰ ਬਾਰ ਸ਼੍ਰੀ ਨਾਨਕ ਧਿਆਨ, ਹਿਰਦੇ ਧਾਰ ਜੋਰਤ ਜੁਗਪਾਨ। ਤੇ ਮਾਤਾ ਜੀ ਬਾਰ ਬਾਰ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰ ਕੇ ਹੱਥ ਜੋੜ ਜੋੜ ਕੇ ਨਮਸਕਾਰਾਂ ਕਰਨ ਜੀ। ਧਰੋ ਹਾਂ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ, ਹੱਥ ਜੋੜੋ, ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਆਪ ਜੀ ਦਾ ਸ਼ੁਕਰ ਹੈ, ਸੱਚੇ ਪਾਤਸ਼ਾਹ ਆਪ ਜੀ ਦਾ ਸ਼ੁਕਰ ਹੈ
ਮਾਤਾ ਜੀ ਬਾਰ-ਬਾਰ ਅਰਦਾਸਾਂ ਕਰਦੇ। ਸਕਲ ਗੁਰਨ ਕੋ ਬੰਧਨ ਧਾਰੀ। ਫਿਰ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਸਾਰਿਆਂ ਨੂੰ ਮਾਤਾ ਜੀ ਸੁਰਤ ਕਰਕੇ ਮੱਥਾ ਟੇਕਦੇ ਆ। ਮਮ ਸੁਤ ਕੇ ਸਦ ਹੀ ਰਖਵਾਰੀ। ਤੇ ਆਖਣ ਵੀ ਮੇਰੇ ਪੁੱਤਰ ਦੇ ਤੇ ਤੁਸੀਂ ਰਾਖੇ ਹੋ। ਹਾਂਜੀ। ਦੁਰਗ ਕੈਦ ਕੋ ਤਹ ਨਿਕਸਾਏ। ਗੁਰ ਦਰੋਹੀ ਗਹਿ ਜਸ ਕੋ ਪਾਏ। ਮਹਾਰਾਜ ਸੱਚੇ ਪਾਤਸ਼ਾਹ ਕਿਲੇ ਦੇ ਵਿੱਚੋਂ ਬਾਹਰ ਆਏ ਆ, ਫਿਰ ਦੁਸ਼ਟ ਨੂੰ ਫੜ ਲਿਆ। ਹਾਂਜੀ। ਸਪਥ ਕਠਨ ਸਭ ਪੂਰਨ ਭਈ। ਜਿਸ ਦਿਨ ਮਹਾਰਾਜ ਤਖਤ ਤੇ ਬੈਠੇ ਸਨ ਨਾ ਅਕਾਲ ਤਖਤ ਸਾਹਿਬ ਤੇ ਬੈਠਦਿਆਂ ਹੀ ਕਿਹਾ ਸੀ ਵੀ ਚੰਦੂ ਨੂੰ ਬੁਰੀ ਮੋਤੇ ਮਾਰਾਂਗੇ, ਪ੍ਰਣ ਕੀਤਾ ਸੀਗਾ। ਤੇ ਮਾਤਾ ਜੀ ਸੰਗਤਾਂ ਨੂੰ ਦੱਸਦੇ ਸਾਡੇ ਪੁੱਤਰ ਜੀ ਦਾ, ਸਾਡੇ ਸਤਿਗੁਰੂ ਜੀ ਦਾ ਪ੍ਰਣ ਪੂਰਾ ਹੋ ਗਿਆ। ਕਹਿਣ ਲੱਗੇ ਚਿਤ ਚਿੰਤਾ ਅਬ ਸਗਲੀ ਸ਼ਈ। ਹੁਣ ਚਿੰਤਾ ਸਾਰੀ ਦੂਰ ਹੋ ਗਈ। ਕਹਿਣ ਲੱਗੇ ਬੜ ਉਤਸ਼ਾਹ ਕੀਨ ਸਭ ਭਾਂਤੀ। ਉਹ ਤੁਸੀਂ ਸੁਣਿਆ ਸੀ ਨਾ ਜਦੋਂ ਮਹਾਰਾਜ ਜਮਨਾ ਪਾਰ ਗਏ ਗੁਰੂ ਹਰਗੋਬਿੰਦ ਸਾਹਿਬ ਤੇ ਮਹਾਰਾਜ ਨੂੰ ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ ਚੰਦੂ ਨਹੀਂ ਫੜਿਆ ਗਿਆ ਤੇ ਉਵੇਂ ਹੀ ਤੁਰਿਆ ਫਿਰਦਾ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਸਿੱਖੋ ਤੁਹਾਨੂੰ ਚਿੰਤਾ ਹੈਗੀ ਆ, ਪਰ ਤੁਹਾਡੇ ਨਾਲੋਂ ਕਿਤੇ ਵੱਧ ਸਾਨੂੰ ਹੈਗੀ। ਕਹਿਣ ਲੱਗੇ ਜਿੰਨਾ ਚਿਰ ਤੱਕ ਇਹ ਦੁਸ਼ਟ ਫੜਿਆ ਨਹੀਂ ਨਾ ਜਾਂਦਾ, ਮਹਾਰਾਜ ਕਹਿੰਦੇ ਸਾਨੂੰ ਖਾਣਾ ਪੀਣਾ ਨਹੀਂ ਚੰਗਾ ਲੱਗਦਾ। ਕਹਿਣ ਲੱਗੇ ਹਾਂਜੀ। ਤੇ ਇੱਧਰ ਫਿਰ ਮਾਤਾ ਜੀ ਵੀ ਬੜੇ ਖੁਸ਼ ਹੋਏ ਜੀ। ਫਿਰ ਹਾਂਜੀ। ਬੜ ਉਤਸ਼ਾਹ ਕੀਨ ਸਭ ਭਾਂਤੀ। ਸੁਤ ਕੀ ਸੁਧ ਸੁਨ ਸੀਤਲ ਛਾਤੀ। ਬਹੁਤ ਆਨੰਦ ਵਿੱਚ ਮਾਤਾ ਜੀ ਆਏ ਜੀ, ਮਾਤਾ ਗੰਗਾ ਜੀ। ਹਾਂਜੀ। ਗਨ ਧਨ ਦੇ ਕਰਾਹ ਕਰਵਾਇਓ। ਉਤਸ਼ਾਹ ਮਨਾਇਆ ਜੀ, ਚਾਅ ਕੀਤਾ ਜੀ। ਤੇ ਸੰਗਤ ਜੀ ਫਿਰ ਗਨ ਧਨ ਦੇ ਕਰਾਹ ਕਰਵਾਇਓ, ਖੁੱਲੀ ਮਾਇਆ ਖਰਚ ਕੇ ਨਾ ਕੜਾ ਪ੍ਰਸ਼ਾਦ ਕਰਵਾਇਆ ਮਾਤਾ ਜੀ ਨੇ। ਸ਼੍ਰੀ ਹਰਮੰਦਰ ਜਾਏ ਵਰਤਾਇਓ। ਹਰਮੰਦਰ ਸਾਹਿਬ ਮਾਤਾ ਜੀ ਲੈ ਕੇ ਗਏ ਤੇ ਹਰਮੰਦਰ ਸਾਹਿਬ ਅਰਦਾਸ ਕਰਕੇ ਸਾਰੀਆਂ ਸੰਗਤਾਂ ਨੂੰ ਖੁੱਲਾ ਕੜਾ ਪ੍ਰਸ਼ਾਦ ਛਕਾਇਆ ਜੀ। ਬਾਰ ਬਾਰ ਬੰਧਨ ਕੋ ਕਰਤੀ। ਤੇ ਮਾਤਾ ਜੀ ਬਾਰ ਬਾਰ ਬੰਧਨ ਕੋ ਕਰਤੀ। ਆਖੋ ਵਾਹਿਗੁਰੂ। ਬਾਰ ਬਾਰ ਮੱਥਾ ਟੇਕਦੇ, ਬਾਰ ਬਾਰ ਟੇਕਦੇ, ਬਾਰ ਬਾਰ ਟੇਕਦੇ। ਹਾਂਜੀ। ਅਸੀਂ ਵੀ ਟੇਕੀਏ। ਧੰਨ ਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਟੇਕੀਏ। ਆਖੋ ਧੰਨ ਸ਼੍ਰੀ ਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਾਤਾ ਜੀ ਬਾਰ ਬਾਰ ਮੱਥਾ ਟੇਕਦੇ ਸਤਿਗੁਰੂ ਜੀ ਦੇ ਚਰਨਾਂ 'ਚ। ਤ੍ਰਿਏ ਗਨ ਆਨ ਵਧਾਈ ਰਰਤੀ। ਬੇਬੀਆਂ ਆ ਕੇ ਮਾਤਾ ਜੀ ਨੂੰ ਵਧਾਈ ਦੇਣ, ਮਾਤਾ ਜੀ ਵਧਾਈ ਹੋਵੇ। ਹਾਂਜੀ। ਮੰਗਤ ਜਨ ਸਮੁਦਾਏ ਜੇ ਦੀਨ। ਮੰਗਣ ਵਾਲੇ ਉਦੋਂ ਆਮ ਹੁੰਦੇ ਸੀਗੇ ਬੜੇ ਜੀ, ਤੇ ਉਸੇ ਵੇਲੇ ਹੀ ਉਹ ਵੀ ਆ ਗਏ ਜੀ। ਤੇ ਮਾਤਾ ਜੀ ਨੇ ਮਾਇਆ ਦਾ ਫਿਰ ਮੀਂਹ ਵਰਾ ਦਿੱਤਾ ਸਾਧ ਸੰਗਤ ਜੀ। ਖੁਸ਼ੀ ਇੰਨੀ ਹੈ ਜੀ। ਜਥਾ ਉਚਿਤ ਸਭ ਕੋ ਧਨ ਦੀਨ। ਜਿੰਨਾ ਜਿੰਨਾ ਜੋਗ ਸੀਗਾ ਉਹਨਾਂ ਉਹਨਾਂ ਸਭ ਨੂੰ ਧਨ ਦਿੱਤਾ। ਜਬ ਕੇ ਦੁਰਗ ਮਝਾਰ ਪ੍ਰਵੇਸ਼ੇ। ਤਬ ਤੇ ਸੁਧ ਸੁਨ ਚਿੰਤ ਵਿਸ਼ੇਖੇ। ਜਦੋਂ ਦੇ ਮਹਾਰਾਜ ਕਿਲੇ 'ਚ ਗਏ ਸਨ ਉਦੋਂ ਦੀ ਮਾਤਾ ਜੀ ਨੂੰ ਬੜੀ ਚਿੰਤਾ ਸੀਗੀ ਜੀ। ਹਾਂਜੀ। ਸੋ ਬਿਨਸੀ ਅਤ ਵਧਿਓ ਆਨੰਦ। ਉਹ ਚਿੰਤਾ ਦੂਰ ਹੋ ਗਈ ਜੀ, ਆਨੰਦ ਵੱਧ ਗਿਆ। ਕਰੀ ਲਾਇਕੀ ਨੰਦਨ ਚੰਦੂ। ਤੇ ਕਰੀ ਲਾਇਕੀ ਨੰਦਨ ਚੰਦੂ। ਗੱਜ ਕੇ ਆਖੋ ਵਾਹਿਗੁਰੂ। ਚੰਦੂ ਬਾਰੇ ਵੀ ਸੁਣਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਦੁਸ਼ਟ ਨੂੰ ਵੀ ਫੜ ਲਿਆ। ਪਿਤ ਬੈਰੀ ਕੋ ਗਹਿਓ ਬਿਲੰਦ। ਜਿਸ ਹਿਤ ਚਿਤਵਨ ਜਤਨ ਜੇ ਬ੍ਰਿੰਦ। ਇਮ ਉਤਸ਼ਾਹ ਸੁਦਾਸਰ ਭਏ। ਤੇ ਸਾਧ ਸੰਗਤ ਜੀ ਪਿਤਾ ਜੀ ਦੇ ਵੈਰ ਨੂੰ ਵੀ ਪੂਰਾ ਕਰ ਲਿਆ। ਗੁਰੂ ਜੀ ਦਾ ਤੇ ਵੈਰ ਨਹੀਂ, ਇਹ ਪਿਤਾ ਜੀ ਦਾ ਵੈਰੀ ਸੀ ਨਾ। ਗੁਰੂ ਅਰਜਨ ਸਾਹਿਬ ਦਾ ਚੰਦੂ ਵੈਰੀ ਸੀ, ਇਹਨੂੰ ਵੀ ਫੜ ਲਿਆ। ਤੇ ਬਹੁਤੀ ਖੁਸ਼ੀ ਫਿਰ ਅੰਮ੍ਰਿਤਸਰ 'ਚ ਮਨਾਈ ਗਈ। ਕੜਾ ਪ੍ਰਸ਼ਾਦ ਵਰਤ ਰਹੇ ਆ, ਮੰਗਤਿਆਂ ਨੂੰ ਸਿੱਖ ਪੈਸੇ ਦੇ ਰਹੇ ਆ ਖੁਸ਼ੀ 'ਚ ਆ ਕੇ। ਸਿੱਖ ਸੰਗਤ ਸਭ ਹਿਨ ਸੁਨ ਲਏ। ਗੋਇੰਦਵਾਲ ਆਦ ਜੇ ਥਾਨ। ਜਹ ਕਹਿ ਬਿਰਥੀ ਕਰਤ ਬਖਾਨ। ਤੇ ਜਹ ਕਹਿ ਬਿਥਰੀ ਕਰਤ ਬਖਾਨ। ਖਬਰ ਗੋਇੰਦਵਾਲ ਸਾਹਿਬ ਵੀ ਪਹੁੰਚ ਗਈ। ਹਰ ਪਾਸੇ ਖਬਰ ਪਹੁੰਚ ਗਈ ਵੀ ਮਹਾਰਾਜ ਗਵਾਲੀਅਰ ਦੇ ਕਿਲੇ ਚੋਂ ਬਾਹਰ ਆ ਗਏ ਆ।
ਤੇ ਨਾਲ ਚੰਦੂ ਨੂੰ ਵੀ ਫੜ ਲਿਆ। ਹਾਂਜੀ, ਬੇਦੀ ਤ੍ਰਿਹਣ ਸਕਲ ਹਰ ਖਾਏ। ਬੇਦੀ ਗੁਰੂ ਨਾਨਕ ਸਾਹਿਬ ਜੀ ਦਾ ਪਰਿਵਾਰ, ਤ੍ਰਿਹਣ ਗੁਰੂ ਅੰਗਦ ਸਾਹਿਬ ਜੀ ਦਾ ਪਰਿਵਾਰ, ਸਾਰੇ ਹੀ ਬੜੇ ਖੁਸ਼ ਹੋਏ। ਸ਼੍ਰੀ ਹਰਗੋਬਿੰਦ ਕੋ ਜਸ ਗਾਏ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਧੰਨ ਹਨ। ਸੰਗਤ ਜੀ ਹੁਣ ਢਿੱਲੇ ਨਾ ਰਹੋ, ਲਾ ਦੋ ਜੋਰ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਾਰੇ ਪਾਸੇ ਮਹਾਰਾਜ ਦਾ ਜੈ ਜੈਕਾਰਾਂ ਹੋ ਰਹੀਆਂ ਜੀ। ਆਪਣੀ ਕਰੀ ਪ੍ਰਤੱਗਿਆ ਪੂਰਨ। ਸੱਚੇ ਪਾਤਸ਼ਾਹ ਜੀ ਨੇ ਪ੍ਰਤਿਗਿਆ ਪੂਰਨ ਕਰ ਲਈ ਹੈ। ਪਿਤ ਦਰੋਹੀ ਕੋ ਕੀਨਸ ਚੂਰਨ। ਤੇ ਪਿਤਾ ਜੀ ਦੇ ਦਰੋਹੀ ਨੂੰ ਚੂਰਨ ਕਰ ਦਿੱਤਾ, ਮਲਿਆ ਮੇਟ ਉਹਦਾ ਕਰ ਦਿੱਤਾ। ਅੱਗੋਂ ਫਿਰ ਕਥਾ ਸੰਗਤ ਜੀ ਕੱਲ ਨੂੰ ਸੁਣਾਂਗੇ। ਅੰਮ੍ਰਿਤਸਰ ਚ ਖਬਰ ਪੈ ਗਈ ਹੈ, ਹੁਣ ਮਹਾਰਾਜ ਅੰਮ੍ਰਿਤਸਰ ਆਉਣਗੇ ਵੀ ਸੱਚੇ ਪਾਤਸ਼ਾਹ। ਉਹ ਪ੍ਰਸੰਗ ਜਿਹੜਾ ਸਾਧ ਸੰਗਤ ਦੀ ਆਪਾਂ ਕੱਲ ਨੂੰ ਸਰਵਣ ਕਰਾਂਗੇ। ਗਰੀਬ ਨਵਾਜ ਕਿਰਪਾ ਕਰਨ, ਬੜੀਆਂ ਹੀ ਖੁਸ਼ੀਆਂ ਚਾਓ, ਤੁਸੀਂ ਹਿਸਾਬ ਲਾਓ। ਚਲੋ ਵਧੀਆ ਹੋ ਗਿਆ, ਆ ਕਥਾ ਪ੍ਰਸੰਗ ਕੁਦਰਤੀ ਆ ਗਿਆ ਜੀ ਲੜੀਵਾਰ ਵਿੱਚ ਜੀ। 400 ਸਾਲਾ ਬੰਦੀ ਛੋੜ ਦਿਵਸ ਹੈ ਮਹਾਰਾਜ ਦਾ ਜੀ, ਸਾਰੇ ਪਾਸੇ ਉਹ ਮਨਾਇਆ ਜਾ ਰਿਹਾ। ਜਿਵੇਂ ਬਾਬਾ ਬੁੱਢਾ ਸਾਹਿਬ ਚੌਂਕੀ ਸਾਹਿਬ ਲੈ ਕੇ ਗਏ ਸੀ ਨਾ ਗਵਾਲੀਅਰ, ਉਵੇਂ ਸੰਗਤਾਂ ਅਕਾਲ ਤਖਤ ਸਾਹਿਬ ਤੋਂ ਤੁਰ ਕੇ ਗਵਾਲੀਅਰ ਗਈਆਂ ਨੇ ਥੋੜੇ ਦਿਨ ਪਹਿਲਾਂ। ਤੇ ਉਹ ਹੁਣ ਸਾਰਾ ਪ੍ਰਸੰਗ ਉਹੀ ਆਉਣਾ ਸੀਗਾ। ਚਲੋ ਉਹ ਕਥਾ ਚੱਲ ਪਈ ਹੈ, ਤੁਸੀਂ ਅੰਦਾਜ਼ਾ ਲਾਓ। ਅਜੇ ਖਬਰ ਹੀ ਪਹੁੰਚੀ ਹੈ ਤੇ ਅੰਮ੍ਰਿਤਸਰ ਚ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਆਉਣਾ, ਉਦੋਂ ਤੇ ਦੀਵਾਲੀ ਬਣ ਜਾਣੀ ਹੈ ਨਾ। ਫਿਰ ਉਦੋਂ ਤੇ ਫਿਰ ਬਹੁਤਾ ਹੀ ਆਨੰਦ ਹੋ ਜਾਣਾ ਨਾ। ਉਦੋਂ ਤੇ ਜਗਣਗੇ ਦੇਸੀ ਘਿਓ ਦੇ ਦੀਵੇ। ਅਜੇ ਤੇ ਖਬਰ ਪਹੁੰਚੀ ਆ ਤੇ ਮਾਇਆ ਵਰਤਾ ਰਹੇ ਸਿੱਖ, ਇੱਕ ਦੂਜੇ ਨੂੰ ਖੁਸ਼ ਹੋ ਕੇ ਦੇ ਰਹੇ ਆ, ਮੰਗਣ ਵਾਲਿਆਂ ਨੂੰ ਦੇ ਰਹੇ ਆ। ਸੋ ਸੰਗਤ ਜੀ ਇਹਦੇ ਤੋਂ ਅੱਗੇ ਕਥਾ ਪ੍ਰਸੰਗ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਜਰੂਰ ਇਹ ਕਥਾ ਸੁਣੋ। ਮੈਂ ਫਿਰ ਬੇਨਤੀ ਕਰ ਰਿਹਾ, ਕੁਦਰਤੀ 400 ਸਾਲਾ ਮਹਾਰਾਜ ਦਾ ਕੁਦਰਤੀ ਇਹ ਕਥਾ ਪ੍ਰਸੰਗ ਲੜੀਵਾਰ ਉਹੋ ਹੀ ਚੱਲ ਰਹੀ ਹੈ ਜੀ। ਸਤਿਗੁਰੂ ਜੀ ਮਿਹਰਾਂ ਕਰਨ। ਅੱਜ ਅੱਸੂ ਦਾ ਮਹੀਨਾ ਆਰੰਭ ਹੋਇਆ। ਮਹਾਰਾਜ ਕਹਿੰਦੇ ਅੱਸੂ ਦੇ ਮਹੀਨੇ ਵਿੱਚ ਪ੍ਰੇਮ ਪੈਦਾ ਹੁੰਦਾ ਹੈ। ਨਿਰਾ ਪੈਦਾ ਨਹੀਂ ਹੁੰਦਾ, ਪ੍ਰੇਮ ਦੇ ਵਿੱਚ ਉਛਾਲਾ ਵੱਜਦਾ ਹੈ ਜੀ। ਪਾਣੀ ਪਿਆ ਉਂਝ ਜੀ, ਸ਼ਾਂਤ ਪਾਣੀ ਪਿਆ ਜੀ, ਹਾਂਜੀ, ਪਰ ਪਾਣੀ 'ਚ ਜਦੋਂ ਉਛਾਲਾ ਵੱਜੇ ਤੇ ਪਤਾ ਲੱਗਦਾ ਵੀ ਉਛਾਲੇ ਵੱਜ ਰਹੇ। ਸਮੁੰਦਰ ਉਛਾਲਾ ਮਾਰਦਾ, ਪਤਾ ਲੱਗਦਾ ਵੀ ਉਛਾਲਾ ਵੱਜਾ ਹੈ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਕਹਿੰਦੇ ਅਸੁਨ ਪ੍ਰੇਮ ਉਮਾਹੜਾ। ਪ੍ਰੇਮ ਦਾ ਉਮਾ ਪੈਦਾ ਹੋ ਗਿਆ ਜੀ, ਉਮਾ, ਉਛਾਲਾ ਵੱਜਿਆ। ਪਰ ਸਵੇਰੇ ਵੀ ਇੱਕੋ ਹੀ ਪੰਕਤੀ ਦੇ ਅਰਥ ਹੋਏ ਸਨ, ਇਸੇ ਦੇ ਹੀ ਜ਼ਿਆਦਾ। ਅਸੀਂ ਸੰਸਾਰੀ ਬੰਦੇ ਆ, ਸਾਡੇ ਅੰਦਰ ਉਮਾ ਪ੍ਰੇਮ ਦਾ ਬਣਦਾ, ਪਰ ਆਪਣੇ ਕੰਮਾਂ ਕਾਰਾਂ ਵਾਸਤੇ ਬਣਦਾ। ਮੈਂ ਬਿਲਕੁਲ ਸੱਚ ਬੋਲ ਰਿਹਾ ਸਾਧ ਸੰਗਤ ਜੀ। ਕਈ ਵਾਰੀ ਰਿਹਾ ਨਹੀਂ ਜਾਂਦਾ ਜੀ, ਇਹ ਕੰਮ ਕਰਨਾ ਹੀ ਕਰਨਾ ਜੀ। ਉਛਾਲਾ ਵੱਜ ਗਿਆ ਜੀ। ਕਈ ਵਾਰੀ ਅੰਦਰ ਕ੍ਰੋਧ ਦਾ ਵੀ ਉਛਾਲਾ ਵੱਜਦਾ ਜੀ, ਮਨ ਮੁਖਾਂ ਦੇ ਅੰਦਰ ਕ੍ਰੋਧ ਦਾ ਉਛਾਲਾ ਵੱਜਦਾ ਜੀ। ਕ੍ਰੋਧ ਦਾ ਉਛਾਲਾ ਬੰਦੇ ਨੂੰ ਮੌਤ ਦੇ ਨੇੜੇ ਲੈ ਜਾਂਦਾ। ਰੱਬ ਨਾਲ ਜਦੋਂ ਪ੍ਰੇਮ ਹੁੰਦਾ, ਪ੍ਰੇਮ ਦਾ ਉਛਾਲਾ ਬੰਦੇ ਨੂੰ ਰੱਬ ਦੇ ਨੇੜੇ ਲੈ ਜਾਂਦਾ ਜੀ, ਪਰਮੇਸ਼ਰ ਦੇ ਨੇੜੇ ਲੈ ਜਾਂਦਾ ਜੀ। ਅੰਦਰ ਉਮਾ ਪੈਦਾ ਹੋਇਆ ਜੀ, ਮੈਂ ਰੱਬ ਨੂੰ ਮਿਲਣਾ। ਸਾਨੂੰ ਉਮਾ ਪੈਦਾ ਹੁੰਦਾ। ਮੰਨ ਲਓ ਕਿਸੇ ਮਾਂ ਦਾ ਪੁੱਤ ਕੈਨੇਡਾ ਗਿਆ, ਅਮਰੀਕਾ ਹੈ, ਇੰਗਲੈਂਡ ਹੈ, ਉਸ ਮਾਂ ਨੂੰ ਉਛਾਲਾ ਵੱਜਦਾ। ਪ੍ਰੇਮ ਜਦੋਂ ਪੈਦਾ ਹੁੰਦਾ, ਪੁੱਤਾਂ ਨੂੰ ਨਹੀਂ ਜੇ ਉਛਾਲੇ ਵੱਜਦੇ। ਇਹ ਵੀ ਸੱਚ ਤੇ ਗੱਜ ਕੇ ਆਖੋ, ਪੁੱਤਾਂ ਨੂੰ ਨਹੀਂ ਉਛਾਲੇ ਵੱਜਦੇ। ਧੀਆਂ ਨੂੰ ਭਾਵੇਂ ਵੱਜ ਜਾਣ ਉਛਾਲਾ, ਮਾਂ ਨੂੰ ਮਿਲਣਾ ਹੈ।
ਪੁੱਤਾਂ ਨੂੰ ਨਹੀਂ ਹੁੰਦੇ, ਵਿਰਲੇ ਭਾਗਾਂ ਵਾਲੇ ਪੁੱਤ ਹੁੰਦੇ ਜੀ, ਭਾਗਾਂ ਵਾਲੇ ਹੁੰਦੇ ਜੀ। ਮਾਂ ਨੂੰ ਉਛਾਲਾ ਵੱਜਦਾ ਵੀ ਮੈਂ ਆਪਣੇ ਪੁੱਤ ਨੂੰ ਮਿਲਣਾ ਜੀ। ਪਹਿਲਾਂ ਤੇ ਹੌਲੀ ਹੌਲੀ ਅੰਦਰ ਅੰਦਰ ਹੀ ਪ੍ਰੇਮ ਹੁੰਦਾ ਜੀ, ਫਿਰ ਉਛਾਲਾ ਵੱਜਦਾ ਜੀ। ਜਦੋਂ ਉਛਾਲਾ ਵੱਜਦਾ ਨਾ ਜੀ, ਫਿਰ ਉਹਦੇ ਕੋਲੋਂ ਰਿਹਾ ਨਹੀਂ ਜਾਂਦਾ ਜੀ, ਫਿਰ ਉਹ ਰੋਣ ਲੱਗ ਪੈਂਦੀ ਹੈ ਜੀ। ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਜਿਵੇਂ ਮਾਂ ਨੂੰ ਉਛਾਲਾ ਵੱਜਦਾ, ਰੱਬ ਦੇ ਪਿਆਰਿਆਂ ਨੂੰ ਵੀ ਉਛਾਲਾ ਹੀ ਵੱਜਦਾ। ਰੱਬ ਨੂੰ ਮਿਲਣਾ, ਪਰਮੇਸ਼ਰ ਨੂੰ ਮਿਲਣਾ, ਤੇ ਸੰਗਤ ਦੀ ਫਿਰ ਉਹਨਾਂ ਦੇ ਨੇਤਰਾਂ ਚੋਂ ਹੰਝੂ ਵੀ ਵਗਦੇ ਵੇਖੇ ਗਏ ਜੀ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ। ਬੜੀਆਂ ਬਾਣੀ ਵਿੱਚ ਐਸੀਆਂ ਪੰਕਤੀਆਂ ਨੇ ਜਿਹਦੇ ਵਿੱਚ ਸਾਧ ਸੰਗਤ ਜੀ ਪ੍ਰੇਮ ਦੇ ਉਛਾਲੇ ਦੀ ਗੱਲ ਕੀਤੀ ਗਈ ਹੈ ਜੀ। ਬੜੀਆਂ ਸਵੇਰੇ ਕਥਾ ਚ ਬੇਨਤੀ ਕੀਤੀ ਸੀ, ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋੜ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋੜ। ਇਹ ਵੀ ਪ੍ਰੇਮ ਦਾ ਉਛਾਲਾ ਹੈ। ਹਾਂਜੀ, ਤਨ ਮਨ ਕਾਟ ਕਾਟ ਸਭ ਆਪਣਾ, ਵਿੱਚ ਅਗਨੀ ਆਪ ਜਲਾਈ। ਇਹ ਵੀ ਪ੍ਰੇਮ ਦਾ ਉਛਾਲਾ ਹੈ। ਤੇ ਬਹੁਤੀ ਲੰਮੀ ਕਥਾ ਜੇ ਮੈਂ ਮਹੀਨੇ ਦੀ ਕਰਾਂ, ਬੜੇ ਅਰਥ ਡੂੰਘੇ ਡੂੰਘੇ ਹੁੰਦੇ ਆ, ਪਰ ਆਪਾਂ ਇੰਨੀ ਵਿਚਾਰ ਕਰ ਦਈਏ ਅਜੇ ਵਾਹਿਗੁਰੂ ਨੂੰ ਮਿਲਣ ਦਾ ਉਛਾਲਾ ਵੱਜਿਆ ਹੈ ਕਿ ਨਹੀਂ ਹੋਇਆ। ਤੇ ਮਹਾਰਾਜ ਕਹਿੰਦੇ ਫਿਰ ਜਿਨ੍ਹਾਂ ਨੂੰ ਉਛਾਲਾ ਵੱਜਦਾ ਉਹਨਾਂ ਦੇ ਮਨ ਤਨ ਵਿੱਚ ਦਰਸ਼ਨਾਂ ਦੀ ਪਿਆਸ ਲੱਗਦੀ ਹੈ, ਅਰਦਾਸਾਂ ਕਰਦੇ, ਕੋਈ ਆਣ ਮਿਲਾਵੇ ਮਾਏ, ਕੋਈ ਐਸਾ ਹੋਵੇ ਜਿਹੜਾ ਸਾਨੂੰ ਆ ਕੇ ਮਿਲਾਵੇ। ਮਹਾਰਾਜ ਕਿਰਪਾ ਕਰਨ, ਸਾਨੂੰ ਕੋਈ ਐਸਾ ਲੱਭ ਜੇ ਜਿਹਦੀ ਸੰਗਤ ਕਰਕੇ ਰੱਬ ਨਾਲ ਪਿਆਰ ਹੀ ਪੈਦਾ ਹੋ ਜਾਏ। ਜਦੋਂ ਪਿਆਰ ਪੈਦਾ ਹੋ ਗਿਆ ਤਾਂ ਉਛਾਲਾ ਵੀ ਵੱਜੇਗਾ ਪਿਆਰ ਦਾ, ਤੇ ਫਿਰ ਬੰਦਾ ਅੰਦਰੋਂ ਕਹੇਗਾ, ਗੱਜ ਕੇ ਆਖੋ ਕੋਈ ਆਣ ਮਿਲਾਵੇ ਮਾਈ, ਕੋਈ ਰੱਬ ਦਾ ਪਿਆਰਾ ਆ ਕੇ ਮਿਲਾਵੇ। ਬੜੇ ਡੂੰਘੇ ਡੂੰਘੇ ਅਰਥ ਹੈ। ਅਖੀਰ ਤੇ ਮਹਾਰਾਜ ਕਹਿੰਦੇ ਅਸੂ ਸੁਖੀ ਵਸੰਦੀਆ, ਜਿਨ੍ਹਾਂ ਮਾਇਆ ਹਰ ਰਾਏ। ਜਿਨ੍ਹਾਂ ਦੇ ਉੱਤੇ ਰੱਬ ਮਿਹਰ ਕਰ ਦਿੰਦਾ ਨਾ ਜੀ, ਉਹ ਸੁਖੀ ਹੋ ਜਾਂਦੇ ਹੈ ਜੀ। ਕਿਹੜਾ ਸੁੱਖ ਮਿਲਦਾ ਜੀ? ਉਹਨਾਂ ਨੂੰ ਮਨ ਦਾ ਸੁੱਖ ਮਿਲਦਾ ਸੰਗਤ ਨੂੰ। ਆ ਬਾਹਰ ਦੇ ਸੁੱਖ ਸਾਡੇ ਥੋੜੇ ਸਮੇਂ ਦੇ ਆ, ਅੰਦਰ ਵਾਲਾ ਜਿਹੜਾ ਸੁੱਖ ਹੈ ਉਹ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜੀ। ਸਤਿਗੁਰੂ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਡੇ ਸਿਰਾਂ ਤੇ ਮਿਹਰਾਂ ਭਰਿਆ ਹੱਥ ਰੱਖਣ। ਸਾਰਾ ਸ਼ਬਦ ਗਰੀਬ ਨਵਾਜ਼ ਜੀ ਦਾ ਬਹੁਤ ਬਖਸ਼ਿਸ਼ਾਂ ਵਾਲਾ। ਮਹਾਰਾਜ ਮਿਹਰ ਕਰਨ। ਆਓ ਪੰਕਤੀ ਪੜ੍ਹ ਲਓ, ਫਿਰ ਅਰਦਾਸ ਖਿਮਾ ਮੰਗੇ। ਅਸੂ ਸੁਖੀ ਵਸੰਦੀਆ, ਜਿਨਾ ਮਾਇਆ ਹਰ ਰਾਏ। ਅਸੂ ਸੁਖੀ ਵਸੰਦੀਆ, ਜਿਨਾ ਮਾਇਆ ਹਰ ਰਾਏ। ਵੇਖੋ ਬੜੀ ਸੌਖੀ ਜੀ ਪੰਕਤੀ ਹੈ। ਮਾਇਆ ਦਾ ਅਰਥ ਕਿਰਪਾ ਹੈ ਜੀ। ਅਸੂ ਸੁਖੀ ਵਸੰਦੀਆ, ਜਿਨਾ ਮਾਇਆ ਹਰ ਰਾਏ। ਅਸੂ ਸੁਖੀ ਵਸੰਦੀਆ, ਜਿਨਾ ਮਾਇਆ ਹਰ ਰਾਏ। ਅਸੂ ਸੁਖੀ ਵਸੰਦੀਆ, ਜਿਨਾ ਮਾਇਆ ਹਰ ਰਾਏ।
ਅਸੋ ਵਸੰਦੀਆਂ ਜਿਨਾ ਮਾਇਆ ਹਰ ਰਾਏ। ਜਿਨ੍ਹਾਂ ਤੇ ਮਿਹਰ ਹੋ ਜਾਂਦੀ ਮਰ ਕਹਿੰਦੇ ਸੁਖੀ ਹੋ ਜਾਂਦੇ ਜੀ। ਤੇ ਹੁਣ ਆਪਾਂ ਚਲੋ ਪੰਕਤੀ ਪੜ੍ਹ ਲਈਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਹਾਂਜੀ ਚਲੋ ਪਿਆਸ ਲੱਗੀ ਨਹੀਂ ਲੱਗੀ ਇਹ ਤੇ ਅੱਗੇ ਦੀ ਗੱਲ ਹੈਗੀ ਨਾ। ਪੰਕਤੀ ਪੜ੍ਹ ਲਈਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ। ਸੱਚੇ ਪਾਤਸ਼ਾਹ ਮਿਹਰ ਕਰਨ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲ ਗਿਆ ਹਰ ਜਾਏ। ਕਿਵੇਂ ਵਾਹਿਗੁਰੂ ਜੀ ਦੇ ਨਾਲ ਮਿਲ ਗਏ ਸਾਡੀ ਜ਼ਿੰਦਗੀ ਸਫਲੀ ਹੋਵੇ। ਇਹ ਕਿਵੇਂ ਮਿਲਿਆ ਜਾਣਾ ਸਾਰਾ ਜ਼ਿਕਰ ਹੀ ਮਹਾਰਾਜ ਨੇ ਸ਼ਬਦ ਚ ਕੀਤਾ। ਸੰਤਾਂ ਕੋਲ ਜਾਓ ਸੰਤ ਸਹਾਈ ਪ੍ਰੇਮ ਕੇ ਹੋਂ ਤਿਨਕੇ ਲਾਗਾ ਪਾਏ। ਸੱਚੇ ਪਾਤਸ਼ਾਹ ਮਿਹਰ ਕਰਨ ਬਖਸ਼ਿਸ਼ ਕਰਨ। ਪਹਿਲੀ ਪੰਕਤੀ ਜਿਹੜੀ ਆ ਉਹ ਪੜ੍ਹ ਦਈਏ ਉਹ ਰਹਿ ਜਾਣੀ ਆ ਉਹ ਫਿਰ ਖਿਮਾ ਮੰਗੀਏ ਸਾਰੀ ਸੰਗਤ ਗੱਜ ਕੇ ਗਾਓ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਐ ਹਰ ਜਾਏ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਐ ਹਰ ਜਾਏ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਐ ਹਰ ਜਾਏ। ਜਪੋ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਐ ਹਰ ਜਾਏ। ਸੱਚੇ ਪਾਤਸ਼ਾਹ ਮਿਹਰ ਕਰਨ ਬਖਸ਼ਿਸ਼ ਕਰਨ। ਇਹ ਅਵਸਥਾ ਵੀ ਬਣੇਗੀ ਸਾਡੀ ਜੀ। ਤਾਂ ਅਸੂ ਦਾ ਮਹੀਨਾ ਜਿਹੜਾ ਨਾ ਜੋ ਮਹਾਰਾਜ ਬਾਣੀ ਚ ਲਿਖਦੇ ਫਿਰ ਗੱਲ ਬਣਨੀ ਹੈ। ਸਤਿਗੁਰੂ ਜੀ ਮਿਹਰ ਕਰਨ। ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਚਾਉਣਗੇ। ਖੁਸ਼ੀਆਂ ਖੇੜਿਆਂ ਦੇ ਸਮੇਂ ਹੋਣਗੇ। ਉਹ ਪ੍ਰਸੰਗ ਅਗਲੇ ਦਿਨਾਂ ਨੂੰ ਸਰਵਣ ਕਰਾਂਗੇ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।